ਪੰਜਾਬੀ ਨੈਸ਼ਨਲ ਟੀਵੀ ਤੇ ਵਿਚਾਰ ਚਰਚਾ ਪ੍ਰੋਗਰਾਮ 'ਚ ਆਪ ਸਭ ਦਰਸ਼ਕਾਂ ਨੂੰ ਜੀ ਆਇਆਂ ਆਖਦੇ ਹਾਂ ਤੇ ਨਾਲ ਹੀ ਸਵਾਗਤ ਕਰਦੇ ਹਾਂ ਅੱਜ ਦੇ ਮਾਹਿਰ ਮਹਿਮਾਨ ਕੁਲਦੀਪ ਸਿੰਘ ਹੋਰਾਂ ਦਾ। ਬਹੁਤ-ਬਹੁਤ ਸਵਾਗਤ ਸਰ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਤੇ ਕੁਲਦੀਪ ਜੀ, ਅੱਜ ਦੇ ਵਿਚਾਰਾਂ ਦੀ ਚਰਚਾ ਕਰੀਏ ਉਸ ਤੋਂ ਪਹਿਲਾਂ ਅੱਜ ਸਾਰੇ ਮੀਡੀਆ ਦੀਆਂ ਨਜ਼ਰਾਂ ਨੇ ਟੀਵੀ ਤੇ ਜੁਟੀਆਂ ਹੋਈਆਂ ਬਈ ਅਮਰੀਕਾ ਦੀ ਚੋਣ ਦਾ ਰਿਜ਼ਲਟ ਆਉਣ ਵਾਲਾ ਹੈ। ਜਦੋਂ ਤੱਕ ਮੈਨੂੰ ਲੱਗਦਾ ਹੈ ਕਿ ਅਸੀਂ ਗੱਲਾਂ ਬਾਤਾਂ ਕਰਾਂਗੇ ਹੋ ਸਕਦਾ ਸਥਿਤੀ ਕਾਫੀ ਕਲੀਅਰ ਹੋ ਜਾਏ ਤੇ ਪਰ ਇਹਨਾਂ ਦਾ ਨਤੀਜਿਆਂ ਦਾ ਭਾਰਤ ਦੀ ਰਾਜਨੀਤੀ ਤੇ ਕੀ ਅਸਰ ਪਏਗਾ ਜਾਂ ਭਾਰਤ ਦੇ ਸਬੰਧਾਂ ਤੇ ਕੀ ਅਸਰ ਪਏਗਾ? ਪਰਮਿੰਦਰ ਜੀ, ਇਸ ਤਰ੍ਹਾਂ ਗੱਲ ਹੈ ਕਿ ਜਦੋਂ ਤੱਕ ਇਹ ਸਾਡਾ ਪ੍ਰੋਗਰਾਮ ਜਾਵੇਗਾ ਦਰਸ਼ਕਾਂ ਦੇ ਕੋਲ, ਦਰਸ਼ਕ ਦੇਖਣਗੇ ਤੇ ਜ਼ਾਹਰਾ ਤੌਰ ਤੇ ਰਿਜ਼ਲਟ ਜਿਹੜੇ ਨੇ ਉਹ ਆ ਚੁੱਕੇ ਹੋਣਗੇ ਨਤੀਜੇ ਜੀ। ਤੇ ਇਹ ਫੈਸਲਾ ਹੋ ਜਾਵੇਗਾ ਕਿ ਜੋ ਬਾਈਡਨ ਬਣਨਗੇ ਕਿ ਡੋਨਲਡ ਟਰੰਪ ਦੂਸਰੀ ਵਾਰੀ ਰਾਸ਼ਟਰਪਤੀ ਬਣੇ ਰਹਿਣਗੇ ਜੀ। ਸੋ ਪਿਛਲਾ ਅਗਰ ਇਤਿਹਾਸ ਵੇਖਿਆ ਜਾਵੇ ਭਾਰਤ ਨਾਲ ਸੰਬੰਧਾਂ ਦਾ ਤੇ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਜਿਹੜੇ ਪਹਿਲੇ ਉਹਨਾਂ ਦੀ ਇੱਕ ਪਹਿਲਾ ਕਾਰਜਕਾਲ ਸੀ ਉਸ ਦਾ ਆਖਰੀ ਸਾਲ ਦੇ ਵਿੱਚ ਜੋ ਪਰਮਾਣੂ ਸਮਝੌਤੇ ਹੋਏ ਨੇ ਉਸ ਤੋਂ ਬਾਅਦ ਬੜੀਆਂ ਨਜ਼ਦੀਕੀਆਂ ਵਧੀਆਂ ਨੇ ਜੀ। ਉਸ ਤੋਂ ਪੁਰਾਣੇ ਪਿੱਛੇ ਵੱਲ ਨਿਕਲ ਜਾਈਏ ਇਤਿਹਾਸ ਵੱਲ ਤੇ ਉਦੋਂ ਕੁਝ ਉਤਾਰ ਚੜਾਅ ਨਜ਼ਰ ਆਉਂਦੇ ਨੇ। ਉਸ ਤੋਂ ਬਾਅਦ ਇੱਕ ਸਾਰਤਾ ਨਜ਼ਰ ਆਉਂਦੀ ਆ ਭਾਰਤ ਅਤੇ ਅਮਰੀਕਾ ਦੇ ਸੰਬੰਧਾਂ ਦੇ ਵਿੱਚ। ਹੁਣ ਗੱਲ ਕਰਦੇ ਹਾਂ ਕਿ ਹੁਣ ਦਾ ਇਹਨਾਂ ਦੇ ਨਤੀਜਿਆਂ ਦਾ ਕੀ ਅਸਰ ਪਏਗਾ। ਜਿੱਥੋਂ ਤੱਕ ਤੇ ਮੋਦੀ ਤੇ ਟਰੰਪ ਦੇ ਆਪਸੀ ਸੰਬੰਧਾਂ ਦਾ ਸਵਾਲ ਹੈ, ਇਹ ਮਾਈ ਫਰੈਂਡ ਵੀ ਆਖਦੇ ਰਹੇ ਨੇ ਔਰ ਇਹਨਾਂ ਨੇ ਨੇੜਤਾ ਇੱਕ ਦੂਸਰੇ ਨਾਲ ਵਧਾਉਣ ਦੇ ਕਈ ਯਤਨ ਕੀਤੇ ਨੇ, ਜਿਸ ਦੇ ਵਿੱਚ ਆਪ ਜੀ ਨੂੰ ਯਾਦ ਹੋਵੇਗਾ ਕਿ ਜਦੋਂ ਮੋਦੀ ਅਮਰੀਕਾ ਗਏ ਨੇ, ਪਹਿਲੀ ਤਾਂ ਇਹ ਗੱਲ ਕਿ ਇੱਕ ਲੰਬਾ ਸਮਾਂ ਨਰਿੰਦਰ ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ ਤੇ ਉਹਨਾਂ ਨੂੰ ਅਮਰੀਕਾ ਦਾ ਵੀਜ਼ਾ ਹੀ ਨਹੀਂ ਦਿੱਤਾ ਗਿਆ ਸੀ। ਅਮਰੀਕਨ ਸਰਕਾਰ ਵੱਲੋਂ ਵੀਜ਼ਾ ਦੇਣ ਤੋਂ ਨਾ ਕਰ ਦਿੱਤੀ ਗਈ ਸੀ। ਤੇ ਫਿਰ ਇਹ ਗੱਲ ਆਪਣੇ ਆਪ ਦੇ ਵਿੱਚ ਬੜੀ ਇੱਕ ਅਜੀਬ ਲੱਗਦੀ ਹੈ ਕਿ ਜਦੋਂ ਉਹੀ ਵਿਅਕਤੀ ਦੇਸ਼ ਦਾ ਪ੍ਰਧਾਨ ਮੰਤਰੀ ਬਣਦਾ ਹੈ ਤੇ ਉਹ ਇੱਕ ਪ੍ਰਧਾਨ ਮੰਤਰੀ ਵਜੋਂ ਮਹਿਮਾਨ ਦੇ ਤੌਰ ਤੇ ਉੱਥੇ ਪਹੁੰਚਦਾ ਹੈ ਔਰ ਉੱਥੇ ਜਾ ਕੇ ਸੰਬੋਧਨ ਵੀ ਕਰਦਾ ਹੈ, ਵੱਡੀਆਂ ਵੱਡੀਆਂ ਰੈਲੀਆਂ ਵੀ ਹੁੰਦੀਆਂ ਨੇ ਔਰ ਇੱਕ ਰੈਲੀ ਬਹੁਤ ਵੱਡੀ ਆਯੋਜਿਤ ਕੀਤੀ ਗਈ ਜਿਸ ਨੂੰ ਹਾਊਡੀ ਮੋਦੀ ਦਾ ਨਾਂ ਦਿੱਤਾ ਗਿਆ ਔਰ ਉੱਥੇ ਬਹੁਤ ਸਾਰੀ ਵੱਡੀ ਗਿਣਤੀ ਦੇ ਵਿੱਚ ਅਮਰੀਕਨ ਤੇ ਭਾਰਤੀ ਭਾਈਚਾਰੇ ਦੇ ਲੋਕ ਇਕੱਤਰ ਹੋਏ। ਖਾਸ ਤੌਰ ਤੇ ਅਮਰੀਕਾ ਦੇ ਵਿੱਚ ਗੁਜਰਾਤੀ ਭਾਈਚਾਰਾ ਕਾਫੀ ਗਿਣਤੀ ਦੇ ਵਿੱਚ ਹੈ, ਉਹ ਜ਼ਿਆਦਾ ਉਹ ਕਲੋਜ਼ ਹਨ ਮੋਦੀ ਉਹਨਾਂ ਦੇ। ਵਿਰੋਧ ਵੀ ਥੋੜਾ ਬਹੁਤ ਹੋਇਆ ਲੇਕਿਨ ਓਵਰਆਲ ਜ਼ੋਰ ਦਬਦਬਾ ਜਿਹੜਾ ਸੀ ਉਹ ਨਰਿੰਦਰ ਮੋਦੀ ਤੇ ਉਹਨਾਂ ਦੀ ਪਾਰਟੀ ਦੇ ਲੋਕਾਂ ਦਾ ਜਾਂ ਉਹਨਾਂ ਦੇ ਸਮਰਥਕਾਂ ਦਾ ਰਿਹਾ। ਹੁਣ ਗੱਲ ਇਹ ਹੈ ਜੀ ਕਿ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ, ਟਰੰਪ ਵੀ ਜਦੋਂ ਭਾਰਤ ਆਏ ਨੇ ਤੇ ਕੇਮ ਸ਼ੋ ਟਰੰਪ ਨਾਂ ਦਾ ਇੱਕ ਪ੍ਰੋਗਰਾਮ ਆਯੋਜਨ ਕੀਤਾ ਗਿਆ। ਉਹ ਪ੍ਰੋਗਰਾਮ ਜਿੱਥੇ ਰੱਖਿਆ ਗਿਆ ਉਸ ਨੂੰ ਗੁਜਰਾਤੀ ਰੰਗ ਦੇਣ ਦੀ ਕੋਸ਼ਿਸ਼ ਕੀਤੀ ਗਈ, ਗੁਜਰਾਤੀ ਬੋਲੀ ਦੇ ਵਿੱਚ ਉਸ ਦਾ ਨਾਮ ਰੱਖ ਦਿੱਤਾ ਗਿਆ, ਫਿਰ ਉਸ ਨੂੰ ਬਦਲ ਕੇ ਉਸ ਨੂੰ ਰਾਸ਼ਟਰੀ ਰੰਗਤ ਦਿੱਤੀ ਗਈ ਤੇ ਨਮਸਤੇ ਟਰੰਪ ਦਾ ਇੱਕ ਨਾਂ ਦਾ ਪ੍ਰੋਗਰਾਮ ਜਿਹੜਾ ਸੀ ਉਸ ਦਾ ਆਯੋਜਨ ਕੀਤਾ ਗਿਆ। ਤੇ ਟਰੰਪ ਨੂੰ ਵੀ ਇਹ ਗੱਲ ਬਹੁਤ ਵੱਡੀ ਲੱਗੀ ਤੇ ਉਹ ਆਉਣ ਤੋਂ ਪਹਿਲਾਂ ਹੀ ਉੱਥੇ ਰੈਲੀਆਂ ਦੇ ਵਿੱਚ ਜਾਂ ਆਪਣੇ ਪ੍ਰੈਸ ਕਾਨਫਰੰਸਾਂ ਦੇ ਵਿੱਚ ਜਾਂ ਆਮ ਲੋਕਾਂ ਨਾਲ ਗੱਲਬਾਤ ਦੇ ਵਿੱਚ ਵਿਚਰਦਿਆਂ ਉਹ ਇਹ ਕਹਿੰਦੇ ਸਨ ਕਿ ਉਹ ਮੈਨੂੰ ਭਾਰਤ ਦੇ ਵਿੱਚ ਮੋਦੀ ਨੇ ਵਾਅਦਾ ਕੀਤਾ ਹੈ ਕਿ ਉੱਥੇ ਲੱਖਾਂ ਲੋਕ ਜਿਹੜੇ ਸੜਕਾਂ ਤੇ ਹੋਣਗੇ ਤੇ ਪਤਾ ਨਹੀਂ 1.25 ਲੱਖ ਲੋਕ ਉੱਥੇ ਜਿਹੜੇ ਸਟੇਡੀਅਮ 'ਚ ਹੋਣਗੇ। ਸੋ ਇਸ ਤਰ੍ਹਾਂ ਦੇ ਜਿਹੜੇ ਨੇ ਵਿਖਾਵੇ ਜਿਹੜੇ ਨੇ ਦੋਵਾਂ ਨੇਤਾਵਾਂ ਵੱਲੋਂ ਸਮੇਂ-ਸਮੇਂ ਤੇ ਕੀਤੇ ਗਏ। ਕਲੋਜ਼ਨੈਸ ਵੀ ਦਿਖਾਈ ਗਈ ਪਰ ਕੁਝ ਮੁੱਦਿਆਂ ਤੇ ਟਰੰਪ ਨੇ ਜਦੋਂ ਉਹਨਾਂ ਦੀ ਆਪਣੀ ਜਿਹੜੀ ਪ੍ਰਭੂ ਸੱਤਾ ਹੈ ਜਾਂ ਉਹਨਾਂ ਦਾ ਕੰਮਕਾਜ ਕਰਨ ਦਾ ਤਰੀਕਾ ਹੈ ਰਾਜ ਚਲਾਉਣ ਦਾ, ਉਸ ਤੇ ਜਦੋਂ ਗੱਲ ਆਈ ਤਾਂ ਟਰੰਪ ਨੇ ਉਹਨਾਂ ਨੇ ਪਿੱਛੇ ਨਹੀਂ ਹਟੇ, ਉਹਨਾਂ ਨੇ ਭਾਰਤ ਦੀ ਖਿਚਾਈ ਵੀ ਕੀਤੀ। ਪਹਿਲਾ ਮੌਕਾ ਇਸ ਦਾ ਉਦੋਂ ਆਇਆ ਜਦੋਂ ਕਰੋਨਾ ਦੀ ਦਵਾਈ ਬਾਰੇ ਆਖਿਆ ਗਿਆ ਕਿ ਭਾਰਤ ਵਿੱਚ ਉਸ ਦੀ ਦਵਾਈ ਦੇ ਭੰਡਾਰ ਮੌਜੂਦ ਹਨ ਤੇ ਉਹ ਦਵਾਈ ਜਿਹੜੀ ਆ ਕਰੋਨਾ ਵਾਸਤੇ, ਕਰੋਨਾ ਦੀ ਦਵਾਈ ਜਾਂ ਕਰੋਨਾ ਦੇ ਟੀਕੇ ਵਾਸਤੇ ਕੁਝ ਜਾਂ ਕਰੋਨਾ ਦੇ ਇਲਾਜ ਵਾਸਤੇ ਮੈਂ ਕਹਿ ਸਕਦਾ ਕਿ ਉਸ ਦੇ ਵਾਸਤੇ ਅਸਰਦਾਰ ਹੋ ਸਕਦਾ ਹੈ ਉਹ ਕੈਮੀਕਲ। ਤੇ ਭਾਰਤ ਨੂੰ ਉਹਨਾਂ ਨੇ ਕਿਹਾ ਕਿ ਸਾਨੂੰ ਤੁਸੀਂ ਕੈਮੀਕਲ ਦਿਓ ਔਰ ਰਸਾਇਣ ਸਾਨੂੰ ਦਿੱਤਾ ਜਾਵੇ ਤੇ ਭਾਰਤ ਨੇ ਉਸ ਵੇਲੇ ਜਦੋਂ ਤੱਕ ਉਹਨਾਂ ਨੂੰ ਕੋਈ ਸੋਚ ਕੇ ਜਵਾਬ ਦੇਣਾ ਸੀ ਤੇ ਨਾਲ ਹੀ ਟਰੰਪ ਸਾਹਿਬ ਵੱਲੋਂ ਤੇ ਉਹਨਾਂ ਦੇ ਪ੍ਰਸ਼ਾਸਨ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਅਸੀਂ ਇਸ ਦੇ ਵਿੱਚ ਨਾ ਨਹੀਂ ਸੁਣਨੀ ਚਾਹਾਂਗੇ, ਇਹ ਸਾਨੂੰ ਚਾਹੀਦਾ ਹਰ ਹਾਲਤ ਦੇ ਵਿੱਚ ਚਾਹੀਦਾ। ਤੇ ਫਿਰ ਜਦੋਂ ਅੱਗੇ ਗੱਲ ਵਧੀ ਇਸੇ ਮਹਾਮਾਰੀ ਨੂੰ ਲੈ ਕੇ ਤੇ ਟਰੰਪ ਨੇ ਆਪਣੀਆਂ ਸਪੀਚਾਂ ਦੇ ਵਿੱਚ ਇੱਕ ਜਗ੍ਹਾ ਇਹ ਵੀ ਆਖਿਆ ਜਦੋਂ ਉਹਨਾਂ ਦੀ ਖਿਚਾਈ ਹੋ ਰਹੀ ਸੀ ਇਸ ਗੱਲ ਤੇ ਕਿ ਅਮਰੀਕਾ ਦੇ ਵਿੱਚ ਇੰਨੀਆਂ ਜ਼ਿਆਦਾ ਮੌਤਾਂ ਹੋਈਆਂ ਨੇ, ਇੰਨੇ ਜ਼ਿਆਦਾ ਲੋਕ ਕਰੋਨਾ ਗ੍ਰਸਤ ਹੋਏ ਨੇ, ਤੁਸੀਂ ਕੀ ਕੀਤਾ, ਤੁਸੀਂ ਇਸ ਦੀ ਰੋਕਥਾਮ ਕਿਉਂ ਨਹੀਂ ਕੀਤੀ? ਉਹਨਾਂ ਨੇ ਜਵਾਬ ਦਿੱਤਾ ਕਿ ਅਸੀਂ ਸਭ ਕੁਝ ਕੀਤਾ ਤੇ ਕਰ ਵੀ ਰਹੇ ਹਾਂ ਪਰ ਜਦੋਂ ਸਾਰੇ ਲੋਕ ਇਸ ਨੂੰ ਛੁਪਾ ਰਹੇ ਨੇ, ਭਾਰਤ ਤੇ ਚੀਨ ਦਾ ਉਹਨਾਂ ਨੇ ਨਾਂ ਲਿਆ ਕਿ ਉਹ ਤੇ ਛੁਪਾਉਂਦੇ ਫਿਰਦੇ ਨੇ ਤੇ ਉਹਨਾਂ ਨੇ ਤੇ ਮੌਤਾਂ ਦਾ ਅੰਕੜਾ ਛੁਪਾਇਆ, ਸਹੀ ਅੰਕੜੇ ਜਿਹੜੇ ਸੀ ਉਹ ਸਾਹਮਣੇ ਨਹੀਂ ਆਉਣ ਦਿੱਤੇ। ਇਸ ਕਰਕੇ ਅਸੀਂ ਸਹੀ ਅੰਕੜੇ ਸਾਹਮਣੇ ਦਿਖਾ ਰਹੇ ਹਾਂ, ਵੱਧ ਲੋਕਾਂ ਦੇ ਜਿਹੜੇ ਨੇ ਉਹ ਉਹਨਾਂ ਦੇ ਨਤੀਜੇ ਜਿਹੜੇ ਨੇ ਸਾਹਮਣੇ ਆ ਰਹੇ ਨੇ, ਟੈਸਟ ਵੀ ਕੀਤੇ ਜਾ ਰਹੇ ਨੇ, ਇਸ ਕਰਕੇ ਭਾਰਤ ਵਿੱਚ ਨਹੀਂ ਕਰਦੇ ਤੇ ਸਾਡੀ ਇਹ ਸਮੱਸਿਆ ਨਹੀਂ ਹੈ। ਸੋ ਦੂਸਰੀ ਉਹਨਾਂ ਨੇ ਗੱਲ ਰੀਸੈਂਟਲੀ ਕੀਤੀ ਹੈ
ਜਦੋਂ ਆਪਣੀਆਂ ਇਸੇ ਜਿਹੜਾ ਉਹਨਾਂ ਦਾ ਪ੍ਰਚਾਰ ਮੁਹਿੰਮ ਚੱਲ ਰਹੀ ਸੀ ਚੋਣਾਂ ਦੀ, ਉਸ ਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਕਿ ਭਾਰਤ ਇੱਕ ਤੇ ਹੋਰ ਮੁਲਕ ਦਾ ਨਾਂ ਲੈ ਕੇ ਕਿ ਇਸ ਤਰ੍ਹਾਂ ਲੱਗਦਾ ਕਿ ਗੰਦੇ ਮੁਲਕ ਨੇ, ਇੱਧਰ ਗੰਦਗੀ ਹੈ ਜਾਂ ਪੋਲੂਸ਼ਨ ਹੈ, ਜਾਂ ਉਹਨਾਂ ਨੇ ਕਿਸੇ ਤਰੀਕੇ ਦੀ ਉਹਨਾਂ ਨੇ ਜਿਹੜੀ ਗੱਲ ਸੀ ਉਹ ਕੀਤੀ। ਸੋ ਕੁੱਲ ਮਿਲਾ ਕੇ ਇਹ ਯਾਰੀ ਦੋਸਤੀ ਤਾਂ ਇੱਕ ਲੱਗਦੀ ਵੀ ਹੈ, ਨਜ਼ਰ ਵੀ ਆਉਂਦੀ ਹੈ, ਪਰ ਦੂਸਰੇ ਪਾਸੇ ਇਸ ਦੇ ਵਿੱਚ ਕੋਈ ਗੰਭੀਰਤਾ ਜਾਂ ਡੂੰਘਾਈ ਨਜ਼ਰ ਨਹੀਂ ਆਉਂਦੀ ਜਿਵੇਂ ਕਿ ਲੱਗਦਾ। ਹੁਣ ਗੱਲ ਕਰਦੇ ਹਾਂ ਕਿ ਅਸਰ ਕੀ ਪਏਗਾ ਜੇ ਤੇ ਟਰੰਪ ਜਿੱਤ ਜਾਂਦੇ ਨੇ, ਫਿਰ ਤਾਂ ਜ਼ਾਹਿਰਾ ਤੌਰ ਤੇ ਮੋਦੀ ਵੀ ਅਜੇ ਥੋੜਾ ਜਿਹਾ ਚਿਰ ਹੋਇਆ ਉਹਨਾਂ ਨੂੰ ਬਣੇ ਹੋਇਆ ਨੂੰ, ਔਰ ਜੇ ਉਹ ਜਿੱਤ ਜਾਂਦੇ ਨੇ ਤੇ ਫਿਰ ਤੇ ਸੰਬੰਧ ਜਿਵੇਂ ਦੇ ਤਿਵੇਂ ਹਨ ਉਹ ਬਣੇ ਰਹਿਣਗੇ। ਜਾਂ ਉਹਨਾਂ ਦੀ ਪਾਲਿਸੀ ਦੇ ਵਿੱਚ, ਨੀਤੀ ਦੇ ਵਿੱਚ ਤਬਦੀਲੀ ਕੋਈ ਆਉਂਦੀ ਹੈ, ਇਸ ਗੱਲ ਦੇ ਬਾਰੇ ਪੱਕਾ ਕਹਿਣਾ ਮੁਸ਼ਕਿਲ ਹੈ। ਪਰ ਜੇ ਜੋ ਬਾਈਡਨ ਤੇ ਡੋਨਲਡ ਟਰੰਪ ਦੋਨਾਂ ਦੀਆਂ ਚੋਣਾਂ ਦੇ ਵਿੱਚ ਉਹਨਾਂ ਦੀਆਂ ਨੀਤੀਆਂ ਨੂੰ ਫੋਲੋ ਕੀਤਾ ਜਾਵੇ, ਉਹਨਾਂ ਦੀਆਂ ਪਾਲਿਸੀਜ਼ ਨੂੰ ਪੜ੍ਹਿਆ ਜਾਵੇ ਜਾਂ ਵਾਚਿਆ ਜਾਵੇ ਗੌਰ ਨਾਲ, ਤੇ ਭਾਰਤ ਨਾਲ ਸੰਬੰਧਾਂ ਦੇ ਵਿੱਚ ਕੋਈ ਜ਼ਿਆਦਾ ਤਬਦੀਲੀ ਆਉਣ ਵਾਲੀ ਨਹੀਂ, ਇਹ ਠੀਕ ਠਾਕ ਬਣੇ ਰਹਿਣਗੇ। ਜੋ ਬਾਈਡਨ ਦੇ ਬਾਰੇ ਮੈਂ ਦੱਸ ਦੇਵਾਂ ਕਿ ਜਦੋਂ ਪਰਮਾਣੂ ਸਮਝੌਤਾ ਮਨਮੋਹਨ ਸਿੰਘ ਸਰਕਾਰ ਦੇ ਵੇਲੇ ਹੋਇਆ ਸੀ ਤਾਂ ਉਸ ਵੇਲੇ ਵੀ ਇਹਨਾਂ ਨੇ ਉਸ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਸੋ ਜੋ ਬਾਈਡਨ ਫਿਰ ਉਹ ਇਹਨਾਂ ਰਿਸ਼ਤਿਆਂ ਦੇ ਚੰਗੇ ਹੋਣ ਦੇ ਹਾਮੀ ਨੇ, ਔਰ ਦੱਸ ਦੇਵਾਂ ਕਿ ਉਪ ਰਾਸ਼ਟਰਪਤੀ ਦੇ ਵਾਸਤੇ ਕਮਲਾ ਹੈਰਿਸ ਚੋਣ ਮੈਦਾਨ ਵਿੱਚ ਨੇ, ਸੋ ਉਸ ਦਾ ਵੀ ਅਸਰ ਹੈ। ਸੋ ਜੋ ਬਾਈਡਨ ਦੇ ਆਉਣ ਨਾਲ ਜਾਂ ਟਰੰਪ ਦੇ ਬਣੇ ਰਹਿਣ ਨਾਲ ਦੋਨਾਂ ਚੋਂ ਕਿਸੇ ਦੇ ਜਿੱਤ ਹਾਰ ਨਾਲ ਅਜੇ ਤੱਕ ਨਹੀਂ ਕਹਿ ਸਕਦੇ, ਕਿਉਂਕਿ ਅਜੇ ਤੱਕ ਰਿਜ਼ਲਟ ਨਹੀਂ ਆਏ ਪ੍ਰੋਗਰਾਮ ਰਿਕਾਰਡ ਹੋਣ ਤੱਕ। ਸੋ ਮੈਂ ਇਹ ਕਹਿ ਸਕਦਾ ਕਿ ਬਹੁਤ ਜ਼ਿਆਦਾ ਫਰਕ ਨਹੀਂ ਪੈਣ ਵਾਲਾ। ਔਰ ਪਹਿਲਾਂ ਵੀ ਮੈਂ ਦੱਸ ਦੇਵਾਂ ਕਿ ਡੋਨਲਡ ਟਰੰਪ ਦੇ ਕਾਰਜਕਾਲ ਦੌਰਾਨ ਵੀ ਜਿਹੜਾ ਉਹਨਾਂ ਨੇ ਪੂਰਾ ਕੀਤਾ, ਨਿੱਕੀ ਹੈਲੀ ਨੂੰ ਉਹਨਾਂ ਨੇ ਅਹੁਦਾ ਦਿੱਤਾ ਹੋਇਆ ਸੀ, ਚੰਗਾ ਸੀ, ਔਰ ਬਾਅਦ ਵਿੱਚ UN ਦੇ ਵਿੱਚ ਐਨਵੋਏ ਵੀ ਉਹਨਾਂ ਨੂੰ ਲਾ ਕੇ ਭੇਜਿਆ ਸੰਯੁਕਤ ਰਾਸ਼ਟਰ ਦੇ ਵਿੱਚ। ਸੋ ਉਹ ਵੀ ਭਾਰਤੀ ਪੰਜਾਬੀ ਮੂਲ ਨਾਲ ਸੰਬੰਧਿਤ ਹਨ। ਸੋ ਸੰਬੰਧ ਇਸ ਤਰ੍ਹਾਂ ਦੇ ਬੜੇ ਰਹਿਣਗੇ। ਉੱਥੇ ਦਾ ਜਿਹੜਾ ਭਾਈਚਾਰਾ ਹੈ ਉਸ ਦੇ ਵਿੱਚ ਆਪਣੀ ਪੈਠ ਬਣਾ ਕੇ ਰੱਖਣ ਲਈ ਉਹ ਭਾਈਚਾਰਾ ਭਾਵੇਂ ਕਿ ਕੈਨੇਡਾ ਦੀ ਰਾਜਨੀਤੀ ਵਾਂਗ ਇੰਨਾ ਜ਼ਿਆਦਾ ਸਟਰੋਂਗ ਨਹੀਂ ਹੈ, ਪਰ ਉਹ ਆਪਣੇ ਆਪ ਦੇ ਵਿੱਚ ਸਟਰੋਂਗ ਹੈ ਕਿ ਵੱਡੇ ਵਪਾਰੀ ਨੇ, ਬਿਜ਼ਨਸਮੈਨ ਨੇ, ਔਰ ਉਸ ਵਿੱਚ ਜਿਹੜੇ ਇਹਨਾਂ ਦੇ ਨੇੜਲੇ ਲੋਕ ਨੇ, ਜੋ ਬਾਈਡਨ ਦੇ ਵੀ ਤੇ ਡੋਨਲਡ ਟਰੰਪ ਦੇ ਵੀ, ਇਹਨਾਂ ਵਿੱਚ ਬਹੁਤ ਸਾਰੇ ਭਾਰਤੀ ਸਨਅਤਕਾਰ ਸ਼ਾਮਲ ਨੇ ਜਿਹੜੇ ਉਹਨਾਂ ਦੇ ਕਾਫੀ ਕਲੋਜ਼ ਮੰਨੇ ਜਾਂਦੇ ਨੇ। ਸੋ ਭਾਈਚਾਰੇ ਦੇ ਵਿੱਚ ਪੈਠ ਬਣਾਉਣ ਦੀ ਕੋਸ਼ਿਸ਼ ਦੋਹਾਂ ਦੀ ਹੈ, ਉਹਨਾਂ ਦੀਆਂ ਵੋਟਾਂ ਨੂੰ ਹਥਿਆਉਣ ਲਈ ਕਹਿ ਲਓ ਜਾਂ ਜਿਵੇਂ ਮਰਜ਼ੀ ਕਹਿ ਲਓ, ਪਰ ਇਹ ਸੰਬੰਧ ਜਿਵੇਂ ਦੇ ਤਿਵੇਂ ਜੋ ਹਾਲ ਦੀ ਘੜੀ ਹਨ ਇਹ ਬਣੇ ਰਹਿਣ ਦੀ ਸੰਭਾਵਨਾ ਹੈ, ਨਤੀਜਾ ਚਾਹੇ ਕੁਝ ਵੀ ਆਵੇ। ਕੁਲਦੀਪ ਜੀ, ਤੁਸੀਂ ਬੜੇ ਸੋਹਣੇ ਤਰੀਕੇ ਨਾਲ ਇਹਦਾ ਇਤਿਹਾਸ ਤੇ ਵਰਤਮਾਨ ਸਥਿਤੀ ਤੇ ਝਾਤ ਪਾਈ। ਤੇ ਜੇ ਹੁਣ ਅਗਲੀ ਗੱਲ ਕਰੀਏ ਪੰਜਾਬ ਵੱਲ ਆਈਏ, ਪੰਜਾਬ 'ਚ ਕਿਸਾਨੀ ਮੁੱਦਾ ਭਖਿਆ, ਖੇਤੀ ਬਿੱਲਾਂ ਦੀ ਗੱਲ ਹੋ ਰਹੀ ਹੈ, ਜਿਹੜੇ ਕਾਨੂੰਨ ਬਣ ਚੁੱਕੇ ਨੇ, ਕਿਸਾਨ ਵਿਰੋਧ ਦੇ ਵਿੱਚ ਨੇ, ਸਰਕਾਰਾਂ ਦੀ ਆਪਸ 'ਚ ਬਣ ਨਹੀਂ ਰਹੀ, ਕੇਂਦਰ ਤੇ ਸਟੇਟ ਸਰਕਾਰ ਜਿਹੜੀ ਹੁਣ ਇੱਕ ਦੂਜੇ ਨੂੰ ਨਾ ਨੁੱਕਰ ਕਰ ਰਹੇ ਨੇ। ਉਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਦਾ ਰਾਜਘਾਟ ਤੇ ਧਰਨਾ ਦੇਣਾ, ਤੁਹਾਨੂੰ ਕੀ ਲੱਗਦਾ ਇਸ ਬਾਰੇ? ਦੇਖੋ ਜੀ, ਰਾਜਘਾਟ ਹੈ ਉਹ ਨੈਸ਼ਨਲ ਸਾਡੇ ਜਿਹੜੇ ਆਗੂ ਹੋਏ ਨੇ, ਰਾਸ਼ਟਰੀ ਆਗੂ ਹੋਏ ਨੇ, ਪ੍ਰੈਜ਼ੀਡੈਂਟ ਨੇ, ਪ੍ਰਧਾਨ ਮੰਤਰੀ ਸਾਬਕਾ ਨੇ, ਔਰ ਉਪ ਪ੍ਰਧਾਨ ਮੰਤਰੀ ਵੀ ਉੱਥੇ ਕਈਆਂ ਦੀਆਂ ਸਮਾਧੀਆਂ ਹਨ, ਮੈਮੋਰੀਅਲਸ ਜਿਹੜੇ ਹਨ ਬਣਾਏ ਗਏ ਹਨ। ਹਾਲਾਂਕਿ ਰਾਜਘਾਟ ਜਿਹੜਾ ਹੈ ਇਹ ਸਿਰਫ ਜਿਸ ਜਗ੍ਹਾ ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਸਮਾਧੀ ਹੈ, ਜਿਹਨਾਂ ਨੂੰ ਰਾਸ਼ਟਰਪਿਤਾ ਕਿਹਾ ਜਾਂਦਾ ਭਾਰਤ ਵਿੱਚ, ਉਹਨਾਂ ਦੀ ਸਮਾਧੀ ਹੈ, ਉਹ ਤਕਰੀਬਨ 5 ਏਕੜ ਦੇ ਵਿੱਚ ਫੈਲੀ ਹੋਈ ਜਗ੍ਹਾ ਹੈ, ਔਰ ਜਿੱਥੇ ਸੰਸਕਾਰ ਉਹਨਾਂ ਦਾ ਕੀਤਾ ਗਿਆ ਸੀ। ਉਸ ਤੋਂ ਬਾਅਦ ਇੰਦਰਾ ਗਾਂਧੀ ਦੀ ਵੀ ਸਮਾਧੀ ਹੈ ਜੋ ਤਕਰੀਬਨ 45 ਏਕੜ ਵਿੱਚ ਹੈ, ਗਿਆਨੀ ਜੈਲ ਸਿੰਘ ਦੀ ਵਿੱਚ ਹੈ ਜੋ 20 ਏਕੜ ਦੇ ਲਗਭਗ ਹੈ। ਸੋ ਇਸ ਤਰ੍ਹਾਂ ਦੇ ਉੱਥੇ ਦਾ ਸਿਸਟਮ ਹੈ, ਇੱਕ ਬੜਾ ਖੁੱਲਾ ਡੁੱਲਾ ਏਰੀਆ ਹੈ, ਔਰ ਉਸ ਨੂੰ ਮੇਨਟੇਨ ਕਰਕੇ ਰੱਖਿਆ ਜਾਂਦਾ ਹੈ। ਖਾਸ ਤੌਰ ਤੇ ਹੋਰ ਕਿਤੇ ਕੋਈ ਜਾਵੇ ਨਾ ਜਾਵੇ, ਜਦੋਂ ਵਿਦੇਸ਼ੀ ਮਹਿਮਾਨ ਆਉਂਦੇ ਨੇ ਤਾਂ ਰਾਜਘਾਟ ਤੇ ਮਹਾਤਮਾ ਗਾਂਧੀ ਦੀ ਸਮਾਧੀ ਤੇ ਉਹ ਜ਼ਰੂਰ ਆਪਣੀ ਸ਼ਰਧਾ ਜਿਹੜੀ ਹੈ ਉਹ ਭੇਟ ਕਰਨ ਵਾਸਤੇ ਆਉਂਦੇ ਨੇ, ਸ਼ਰਧਾਂਜਲੀ ਦੇਣ ਆਉਂਦੇ ਨੇ। ਸੋ ਰਾਜਘਾਟ ਤੇ ਪ੍ਰੋਟੈਸਟ ਜਿਹੜਾ ਕਰਨਾ ਹੈ ਉਹ ਜਾਂ ਉੱਥੇ ਧਰਨਾ ਦੇਣ ਦਾ ਫੈਸਲਾ ਕੈਪਟਨ ਅਮਰਿੰਦਰ ਸਿੰਘ ਦਾ ਉਹ ਇਸ ਗੱਲ ਤੋਂ ਬਾਅਦ ਆਇਆ ਕਿ ਰਾਸ਼ਟਰਪਤੀ ਵੱਲੋਂ ਉਹਨਾਂ ਨੂੰ ਮਿਲਣ ਤੋਂ ਨਾ ਕਰ ਦਿੱਤੀ ਗਈ। 2 ਅਪੀਲਾਂ ਕੀਤੀਆਂ ਗਈਆਂ, 2 ਵਾਰੀ ਉਹਨਾਂ ਨੂੰ ਬੇਨਤੀ ਕੀਤੀ ਕਿ ਸਾਨੂੰ ਸਮਾਂ ਦਿਓ, ਔਰ ਉਹਨਾਂ ਨੂੰ ਸਮਾਂ ਨਹੀਂ ਦਿੱਤਾ ਗਿਆ। ਔਰ ਇਸ ਗੱਲ ਤੇ ਹੁਣ ਸਿੱਧਾ ਤੇ ਰਾਸ਼ਟਰਪਤੀ ਨੂੰ ਚੈਲੰਜ ਨਹੀਂ ਕਰ ਸਕਦੇ, ਲੇਕਿਨ ਰੋਸ ਤੇ ਪ੍ਰਗਟ ਕੀਤਾ ਜਾ ਸਕਦਾ ਹੈ। ਸੰਵਿਧਾਨਕ ਅਹੁਦਾ ਔਰ ਇਹ ਵੀ ਮੁੱਖ ਮੰਤਰੀ ਨੇ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ, ਇਹਨਾਂ ਦੀ ਗੱਲ ਸੁਣਨੀ ਬਣਦੀ ਸੀ। ਪਰ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਵਿੱਚ ਵੀ ਸਪਸ਼ਟਤਾ ਨਜ਼ਰ ਨਹੀਂ ਆਉਂਦੀ। ਜੇ ਮਿਲਣਾ ਸੀ, ਇੱਕ ਪਾਸੇ ਤੁਸੀਂ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਹੋ, ਦੂਸਰੇ ਪਾਸੇ ਤੁਸੀਂ ਬੀਜੇਪੀ ਦੇ ਕੌਮੀ ਪ੍ਰਧਾਨ ਨੂੰ ਇੱਕ ਚਿੱਠੀ ਲਿਖ ਰਹੇ ਹੋ, ਜਿਨ੍ਹਾਂ ਕੋਲ ਕੋਈ ਸੰਵਿਧਾਨਕ ਅਹੁਦਾ ਨਾ, ਉਹਨਾਂ ਨੂੰ ਚਿੱਠੀ ਲਿਖਣ ਦਾ ਕੀ ਆਈਡੀਆ? ਔਰ ਇਸੇ ਤਰ੍ਹਾਂ ਜਿਹੜੇ ਅਹੁਦੇਦਾਰ ਨੇ, ਤੁਸੀਂ ਸਿੱਧਾ ਉਹਨਾਂ ਨੂੰ ਮਿਲੋ। ਹੋ ਸਕਦਾ ਉਹਨਾਂ ਤੋਂ ਸਮਾਂ ਮੰਗਿਆ ਹੋਵੇ ਜਾਂ ਉਹਨਾਂ ਨੇ ਸਮਾਂ ਨਾ ਦਿੱਤਾ ਹੋਵੇ, ਪਰ ਇਸ ਦੇ ਵਿੱਚ ਕੋਈ ਬਹੁਤ ਜ਼ਿਆਦਾ ਸਪਸ਼ਟਤਾ ਨਹੀਂ ਹੈ। ਪਰ ਫਿਰ ਉਹੀ ਗੱਲ ਆ ਜਾਂਦੀ ਹੈ, ਜਿਹੜਾ ਪਹਿਲਾ ਸਵਾਲ ਅਸੀਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਕੀਤਾ ਸੀ ਕਿ ਜਦੋਂ ਤੱਕ ਸਾਡਾ ਪ੍ਰੋਗਰਾਮ ਦਰਸ਼ਕਾਂ ਤੱਕ ਪਹੁੰਚੇਗਾ ਇਸ ਵਿੱਚ ਬਹੁਤ ਕੁਝ ਬਦਲ ਜਾਵੇਗਾ। ਪਰ ਹਾਲ ਦੀ ਘੜੀ ਜਿਹੜੀਆਂ ਤਾਜ਼ਾ ਰਿਪੋਰਟਾਂ ਆਈਆਂ ਨੇ ਹੁਣ ਤੱਕ,
ਉਹਨਾਂ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਉੱਥੇ ਜਾਣ ਤੋਂ ਰੋਕਿਆ ਗਿਆ ਜੀ। ਉਹਨਾਂ ਨੇ ਕਿਹਾ ਸੀ ਕਿ ਕਿਉਂਕਿ ਦਫਾ 144 ਜਿਹੜੀ ਆ ਦਿੱਲੀ ਦੇ ਵਿੱਚ ਲੱਗੀ ਹੋਈ ਹੈ ਤੇ 4-4 ਜਿਹੜੇ ਇਹ ਬੈਚ ਤੇ 4-4 ਗਰੁੱਪਾਂ ਦੇ ਵਿੱਚ 3-4 ਗਰੁੱਪਾਂ ਦੀ ਸ਼ਕਲ ਦੇ ਵਿੱਚ ਅਸੀਂ ਉੱਥੇ ਪਹੁੰਚਾਂਗੇ ਸੀ। ਤੇ ਇਸ ਦੇ ਬਾਰੇ ਉਹਨਾਂ ਨੂੰ ਹਾਲ ਦੀ ਘੜੀ ਰੋਕ ਦਿੱਤਾ ਗਿਆ ਜੀ। ਤੇ ਕੁਲਦੀਪ ਜੀ, ਆਪਾਂ ਅਗਲੇ ਸਵਾਲਾਂ ਤੇ ਤੁਹਾਡੇ ਕੋਲੋਂ ਵਿਚਾਰ ਜਾਣਾਂਗੇ, ਪ੍ਰੈਸ ਵੇਲੇ ਇਸ ਪ੍ਰੋਗਰਾਮ 'ਚ ਲੈਣੇ ਆ ਇੱਕ ਬ੍ਰੇਕ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਆਪ ਸਭ ਦਰਸ਼ਕਾਂ ਦਾ ਫਿਰ ਤੋਂ ਸਵਾਗਤ। ਤੇ ਕੁਲਦੀਪ ਜੀ, ਆਪਾਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਜਿਹੜਾ ਮੁੱਦੇ ਤੇ ਗੱਲ ਕਰ ਰਹੇ ਸੀ, ਇਹਦੇ ਵਿੱਚ ਕੁਝ ਹੋਰ ਐਡ ਤੁਸੀਂ ਕਰਨਾ ਚਾਹੋ ਵੀ ਹੋਰ ਕੌਣ-ਕੌਣ ਉੱਥੇ ਨਾਲ ਗਿਆ, ਕੌਣ ਨਹੀਂ ਗਿਆ, ਕੀ ਉਹਨਾਂ ਦੀ ਰਣਨੀਤੀ, ਇਹਦੇ ਬਾਰੇ ਕੁਝ? ਕੈਪਟਨ ਅਮਰਿੰਦਰ ਸਿੰਘ ਤੇ ਉੱਥੇ ਪਹੁੰਚੇ ਨੇ। ਇੱਕ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਪਰਮਿੰਦਰ ਜੀ ਕਿ ਜਦੋਂ ਤੋਂ ਇਹ ਕਿਸਾਨ ਮੁੱਦਾ ਭਖਿਆ ਹੈ ਨਾ, ਕਿਸਾਨ ਅੰਦੋਲਨ ਸ਼ੁਰੂ ਹੋਇਆ, ਹਾਲਾਂਕਿ ਗੱਲ ਤਾਂ ਮਾੜੀ ਹੈ ਕਿ ਕਿਸਾਨਾਂ ਦੀ ਸੁਣੀ ਨਹੀਂ ਜਾ ਰਹੀ। ਸਰਕਾਰਾਂ ਨੇ ਕੰਨਾਂ ਦੇ ਵਿੱਚ ਰੂੰ ਪਾਇਆ ਹੋਇਆ ਜਾਂ ਪਤਾ ਨਹੀਂ ਪੱਕਾ ਹੀ ਉਹਨਾਂ ਨੂੰ ਬੰਦ ਕਰ ਲਿਆ। ਰੂੰ ਤੇ ਕੱਢਿਆ ਵੀ ਜਾ ਸਕਦਾ ਹੈ, ਪਰ ਸਰਕਾਰਾਂ ਅਣਸੁਣੀ ਕਰ ਰਹੀਆਂ ਨੇ ਕਿਸਾਨਾਂ ਦੀ ਗੱਲ। ਅੰਦੋਲਨ ਹੈ, ਕਿਸਾਨ ਔਖੇ ਨੇ, ਫਸਲਾਂ ਸਾਂਭਣ ਦਾ ਵੇਲਾ ਹੈ, ਫਸਲਾਂ ਬੀਜਣ ਦਾ ਵੇਲਾ ਹੈ, ਤੇ ਕਿਸਾਨ ਸੜਕਾਂ ਤੇ ਬੈਠੇ ਹੋਏ ਨੇ, ਰੇਲਾਂ ਤੇ ਬੈਠੇ ਹੋਏ ਨੇ, ਔਰ ਕਦੀ ਕਿਤੇ ਜਾਣਾ ਪੈਂਦਾ, ਕਦੀ ਕਿਤੇ ਜਾਣਾ ਪੈਂਦਾ। ਇੰਨਾ ਵੇਲ ਨਹੀਂ ਹੁੰਦਾ ਕਿਸਾਨ ਕੋਲ। ਦੂਸਰੇ ਪਾਸੇ ਚੰਗੀ ਗੱਲ ਜਿਹੜੀ ਇਸ ਵਿੱਚੋਂ ਨਿਕਲ ਕੇ ਸਾਹਮਣੇ ਆਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਘਰ ਚੋਂ ਜ਼ਰੂਰ ਨਿਕਲੇ ਨੇ ਜੀ, ਔਰ ਬੜੇ ਲੰਬੇ ਸਮੇਂ ਬਾਅਦ ਨਿਕਲੇ ਨੇ ਔਰ ਲਗਾਤਾਰ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਐਜ਼ ਏ ਪਬਲਿਕ ਫਿਗਰ। ਹੁਣ ਤੁਸੀਂ ਦੇਖੋ, ਕੱਲ ਉਹਨਾਂ ਨੇ ਪ੍ਰਚਾਰ ਕੀਤਾ ਸੀ ਇਸ ਗੱਲ ਦਾ ਕਿ ਅਸੀਂ ਕੱਲ ਨੂੰ ਜਾਵਾਂਗੇ ਰਾਜਘਾਟ ਤੇ ਔਰ ਉੱਥੇ ਜਾਵਾਂਗੇ। ਜ਼ਾਹਿਰਾ ਤੌਰ ਤੇ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਸੁਨੇਹਾ ਸੀ ਕਿ ਅਸੀਂ ਜਾਣਾ ਹੈ, ਤੁਸੀਂ ਆਪਣਾ ਇੰਤਜ਼ਾਮ ਕਰ ਲਓ, ਤੇ ਉਹਨਾਂ ਨੇ ਕਰ ਲਿਆ ਲੱਗਦਾ। ਉਹਨਾਂ ਨੂੰ ਜਾਣ ਤੋਂ ਵੀ ਰੋਕਿਆ ਗਿਆ। ਜਿਹੜੇ ਆਗੂ ਪੰਜਾਬ ਤੋਂ ਜੇ ਜਾ ਰਹੇ ਸੀ, ਨਵਜੋਤ ਸਿੰਘ ਸਿੱਧੂ ਜਾ ਰਹੇ ਸੀ, ਉਹਨਾਂ ਨੂੰ ਬਾਰਡਰ ਤੇ ਰੋਕ ਲਿਆ ਗਿਆ, ਦਿੱਲੀ ਦੇ ਤੇ ਹਰਿਆਣੇ ਦੇ ਬਾਰਡਰ ਤੇ, ਕੁੰਡਲੀ ਬੈਰੀਅਰ ਤੇ। ਉਹਨਾਂ ਨੂੰ ਉੱਥੇ ਰੋਕ ਕੇ ਵਾਪਸ ਕਰ ਦਿੱਤਾ ਗਿਆ ਜਾਂ ਹੋਰ ਪਾਸੇ ਨੂੰ ਮੋੜ ਦਿੱਤਾ ਗਿਆ। ਉਹਨਾਂ ਨੇ ਫੇਸਬੁੱਕ ਤੇ ਲਾਈਵ ਹੋ ਕੇ ਉੱਥੋਂ ਕੁਝ ਆਖਿਆ, ਉਹਦੇ ਬਾਰੇ ਅਸੀਂ ਦਰਸ਼ਕਾਂ ਨੂੰ ਫੇਰ ਦੱਸਾਂਗੇ। ਪਰ ਜੋ ਉੱਥੇ ਰਣਨੀਤੀ ਅਪਣਾਈ ਜਾਣੀ ਸੀ, ਉਹ ਹਾਲ ਦੀ ਘੜੀ ਜਿਹੜੀ ਆ ਪੰਜਾਬ ਦੀ, ਉਹ ਮਿੰਟ-ਮਿੰਟ ਤੇ ਬਦਲ ਰਹੀ ਆ। ਇਹਨਾਂ ਦੇ ਨਾਲ ਗਏ ਸਨ, ਬੈਂਸ ਭਰਾ ਵੀ ਗਏ ਸਨ, ਸੁਖਦੇਵ ਸਿੰਘ ਢੀਂਡਸਾ ਨੇ ਵੀ ਜਿਹੜੀ ਨਾਲ ਇਹ ਇਕਜੁੱਟਤਾ ਦਾ ਹਾਂਜੀ ਉਹਨਾਂ ਦਾ ਕੀਤਾ ਸੀ, ਸੁਖਪਾਲ ਸਿੰਘ ਖਹਿਰਾ ਵੀ ਗਏ ਨੇ। ਪਰ ਇਹ ਸਾਰੇ ਆਗੂ ਦੱਸਿਆ ਜਾਂਦਾ ਹੈ ਕਿ ਹਾਲ ਦੀ ਘੜੀ ਜੋ ਸਾਡੇ ਕੋਲ ਖਬਰਾਂ ਨੇ ਕਿ ਇਹ ਹੁਣ ਜੰਤਰ ਮੰਤਰ ਵੱਲ ਨੂੰ ਉਧਰ ਨੂੰ ਗਏ ਨੇ ਕਿ ਉੱਥੇ ਜਾਣ ਦੀ ਇਜਾਜ਼ਤ ਹੈ। ਉੱਥੇ ਪਹਿਲਾਂ ਵੀ ਇਸ ਤਰ੍ਹਾਂ ਦੇ ਪ੍ਰਦਰਸ਼ਨ ਜਿਹੜੇ ਨੇ ਚੱਲਦੇ ਰਹਿੰਦੇ ਨੇ, ਪਰ ਹੋ ਸਕਦਾ ਹੈ ਕਿ ਰਾਜਘਾਟ ਤੇ ਇਹਨਾਂ ਨੂੰ ਬਿਲਕੁਲ ਵੀ ਉੱਕਾ ਹੀ ਬੈਨ ਨਾ ਦਿੱਤਾ ਜਾਵੇ, ਜਾਂ ਮੁੱਖ ਮੰਤਰੀ ਸਾਹਿਬ ਇਕੱਲੇ ਜਾਏ ਹੋਣ, ਜਾਂ ਉਹਨਾਂ ਨਾਲ 1-2 ਜਣੇ ਜਾ ਸਕਦੇ ਨੇ। ਪਰ ਦਿੱਲੀ ਪੁਲਿਸ ਹਰਕਤ ਵਿੱਚ ਆ ਗਈ ਆ, ਤੇ ਦਿੱਲੀ ਪੁਲਿਸ ਦਾ ਰਿਕਾਰਡ ਤੁਸੀਂ ਜਾਣਦੇ ਹੀ ਹੋ ਪਿਛਲੇ ਦਿਨਾਂ ਤੋਂ ਕਿਹੋ ਜਿਹਾ ਹੈ। ਸ਼ਾਹੀਨ ਬਾਗ ਤੋਂ ਲੈ ਕੇ ਹੁਣ ਤੱਕ ਜਾਂ ਉਸ ਤੋਂ ਪਹਿਲਾਂ ਵੀ ਉਹਨਾਂ ਦਾ ਰਿਕਾਰਡ ਜਿਹੋ ਜਿਹਾ ਰਿਹਾ ਹੈ। ਸਰਕਾਰ ਦੇ ਇਸ਼ਾਰੇ ਤੇ ਦਿੱਲੀ ਪੁਲਿਸ ਜਿਹੜੀ ਆ ਜ਼ਿਆਦਾ ਕੰਮ ਕਰਦੀ ਹੈ, ਅਜਿਹਾ ਲੱਗਦਾ ਹੈ ਪਿਛਲੀਆਂ ਗੱਲਾਂ ਤੋਂ। ਸੋ ਸਰਕਾਰ ਉਹਨਾਂ ਨੂੰ ਕੀ ਇਸ਼ਾਰਾ ਦਿੰਦੀ ਹੈ, ਕੇਂਦਰ ਸਰਕਾਰ ਦੀ ਮੈਂ ਗੱਲ ਕਰ ਰਿਹਾ, ਕਿਉਂਕਿ ਕੇਜਰੀਵਾਲ ਸਰਕਾਰ ਦੇ ਅਧੀਨ ਨਹੀਂ ਹੈ। ਹੁਣ ਇਹ ਨਾ ਇਸ ਜੋ ਉੱਥੇ ਦਿੱਲੀ ਦੇ ਵਿੱਚ ਇਹ ਰੱਖੀ ਗਈ ਹੈ, ਰਾਸ਼ਟਰਪਤੀ ਨੂੰ ਮਿਲਣ ਜਾਣਾ ਸੀ ਜਾਂ ਕੋਈ ਨਾਲ ਗਿਆ ਜਾਂ ਨਹੀਂ ਗਿਆ, ਜਾਂ ਉਹਨਾਂ ਨੇ ਨਾ ਕਰ ਦਿੱਤੀ ਹੈ, ਤੇ ਹੁਣ ਜੰਤਰ ਮੰਤਰ, ਰਾਜਘਾਟ, ਸਾਰੀਆਂ ਜਿਹੜੀਆਂ ਗੱਲਾਂ ਨੇ ਇਸ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਸਾਥ ਦਿੱਤਾ ਉਹਨਾਂ ਦਾ ਮੈਂ ਨਾਮ ਗਿਣਾ ਦਿੱਤੇ ਨੇ। ਪਰ ਜੋ ਦੂਸਰੀਆਂ ਵੱਡੀਆਂ ਪਾਰਟੀਆਂ ਨੇ ਪੰਜਾਬ ਦੇ ਵਿੱਚ, ਆਮ ਆਦਮੀ ਪਾਰਟੀ ਹੈ, ਅਕਾਲੀ ਦਲ ਹੈ, ਅਕਾਲੀ ਦਲ ਸੁਖਬੀਰ ਸਿੰਘ ਬਾਦਲ ਤੇ ਹੋਰ ਉਹਨਾਂ ਦੇ ਆਗੂਆਂ ਵੱਲੋਂ, ਡਾਕਟਰ ਚੀਮਾ ਵੱਲੋਂ, ਉਹਨਾਂ ਨੇ ਇਹ ਆਖ ਦਿੱਤਾ ਹੈ ਕਿ ਇਹ ਤੇ ਫਰੈਂਡਲੀ ਮੈਚ ਹੈ ਔਰ ਇਹ ਤੇ ਰਲ ਮਿਲ ਕੇ ਭਾਜਪਾ ਦੇ ਨਾਲ ਖੇਡ ਰਹੇ ਨੇ। ਚਲੋ ਉਹਨਾਂ ਦੀ ਗੱਲ ਠੀਕ ਹੋ ਸਕਦੀ ਹੈ, ਪਰ ਫਰੈਂਡਲੀ ਮੈਚ ਕਿਸ ਬੇਸਿਸ ਤੇ ਕਹਿ ਰਹੇ ਨੇ, ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ। ਹੋਰ ਕਿਸੇ ਤਰੀਕੇ ਨਾਲ ਕਹਿ ਲੈਣ, ਕਾਨੂੰਨ ਦੇ ਬਾਰੇ ਗੱਲਬਾਤ ਕਰ ਲੈਣ ਜੋ ਉਹਨਾਂ ਨੇ ਕਿ ਪੰਜਾਬ ਨੇ ਬਣਾਏ ਨੇ ਜਾਂ ਕੇਂਦਰ ਨੇ ਬਣਾਏ ਨੇ, ਪਰ ਫਰੈਂਡਲੀ ਮੈਚ ਹੈ, ਤੁਸੀਂ ਇਸ ਕਰਕੇ ਨਹੀਂ ਜਾਣਾ ਫਰੈਂਡਲੀ ਮੈਚ ਦਾ ਕੀ ਸਬੂਤ ਹੈ? ਤੁਹਾਡੇ ਕੋਲ ਕੋਈ ਸਬੂਤ ਵੀ ਨਹੀਂ ਦਿੱਤਾ ਗਿਆ। ਜਿੱਥੇ ਤੱਕ ਆਮ ਆਦਮੀ ਪਾਰਟੀ ਦੀ ਗੱਲ ਹੈ, ਉਹਨਾਂ ਨੇ ਇਸ ਨੂੰ ਸਿਆਸੀ ਡਰਾਮੇਬਾਜ਼ੀ ਕਰਾਰ ਦਿੱਤਾ। ਹੁਣ ਉਹਨਾਂ ਨੇ ਵੀ ਕਿਉਂ ਕਰਾਰ ਦਿੱਤਾ? ਠੀਕ ਹੈ, ਡਰਾਮੇਬਾਜ਼ੀਆਂ ਕਿਹੜੀਆਂ ਪਾਰਟੀਆਂ ਨਹੀਂ ਕਰ ਰਹੀਆਂ? ਡਰਾਮੇਬਾਜ਼ੀ ਤੇ ਅਮਰੀਕਾ ਵਿੱਚ ਵੀ ਚੱਲ ਰਹੀਆਂ। ਠੀਕ ਹੈ ਜੀ, ਇਹ ਵੋਟਾਂ ਦੀ ਖਾਤਰ ਤੇ ਰਾਜਨੀਤੀ ਹੁੰਦੀ ਹੈ। ਪ੍ਰਧਾਨ ਮੰਤਰੀ ਸਾਹਿਬ ਨੇ ਕਿਸਾਨਾਂ ਦਾ ਮੁੱਦਾ ਕੀ ਸੁਲਝਾਉਣਾ, ਉਹ ਤੇ ਬਿਹਾਰ ਦੇ ਵਿੱਚੋਂ ਨਹੀਂ ਟਾਈਮ ਨਿਕਲ ਆਇਆ ਉਹਨਾਂ ਨੂੰ। ਠੀਕ ਹੈ ਜੀ, ਮਨ ਕੀ ਬਾਤ ਉਹ ਕਰੀ ਗਏ ਨੇ। ਪਰ ਇੱਕ ਗੱਲ ਹੈ ਕਿ ਕਿਸਾਨਾਂ ਵੱਲੋਂ ਜੋ ਅੰਦੋਲਨ ਕੀਤੇ ਜਾ ਰਹੇ ਨੇ, ਉਸ ਦਾ ਅਸਰ ਹੁਣ ਸਰਕਾਰ ਤੇ ਨਜ਼ਰ ਆਉਣ ਲੱਗਾ ਹੈ ਥੋੜਾ। ਔਰ ਕਿਸਾਨਾਂ ਵੱਲੋਂ 5 ਨੂੰ ਜੋ ਚੱਕਾ ਜਾਮ ਦਾ ਸੱਦਾ ਹੈ ਪੂਰੇ ਭਾਰਤ ਦੇ ਵਿੱਚ, ਉਸ ਨੂੰ ਵੱਡਾ ਹੁੰਗਾਰਾ ਮਿਲਣ ਦੀ ਸੰਭਾਵਨਾ ਹੈ। ਪੰਜਾਬ ਵਿੱਚ ਤੇ ਹੋਵੇਗਾ ਹੀ। ਪੰਜਾਬ ਵਿੱਚ ਤੇ ਈਵਨ ਕਿ ਜਿਹੜੇ ਟਰਾਂਸਪੋਰਟਰ ਨੇ ਔਰ ਜਿਹੜੇ ਪ੍ਰਾਈਵੇਟ ਨੇ ਜਾਂ ਜਿਹੜੇ ਹੋਰ ਲੋਕ ਜੁੜੇ ਹੋਏ ਨੇ ਇਸ ਕਿੱਤੇ ਨਾਲ ਜੁੜੇ ਹੋਏ ਨੇ, ਉਹਨਾਂ ਨੇ ਕਹਿ ਦਿੱਤਾ ਹੈ
ਕਿ ਅਸੀਂ ਸਰਕਾਰ ਦਾ ਜਿਹੜਾ ਫੈਸਲਾ ਹੈ ਕਿਸਾਨਾਂ ਦੇ ਖਿਲਾਫ ਜੋ ਕਿਸਾਨਾਂ ਦੇ ਨਾਲ ਹਮਦਰਦੀ ਪ੍ਰਗਟਾਉਂਦੇ ਹੋਏ ਕਿਸਾਨਾਂ ਦੇ ਨਾਲ ਖੜਨ ਦਾ ਉਹਨਾਂ ਨੇ ਐਲਾਨ ਕੀਤਾ। ਸੋ ਮੈਂ ਇਹ ਕਹਿ ਸਕਦਾ ਕਿ ਇਸ ਵੇਲੇ ਪੰਜਾਬ ਦੇ ਵਿੱਚੋਂ ਚੱਲੀ ਹੋਈ ਇਹ ਮੁਹਿੰਮ ਇਸ ਨੂੰ ਰਾਸ਼ਟਰੀ ਪੱਧਰ ਤੇ ਵੀ ਇਸ ਨੂੰ ਕਵਰੇਜ ਜਿਹੜੀ ਹੈ ਮਿਲਣੀ ਸ਼ੁਰੂ ਹੋਈ ਹੈ ਔਰ ਦੂਸਰੇ ਰਾਜਾਂ ਵਿੱਚ ਵੀ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ। ਹਾਲਾਂਕਿ ਇਹ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਕਿ ਨੌਨ ਬੀਜੇਪੀ ਸਟੇਟਸ ਦੇ ਵਿੱਚ ਇਸ ਦਾ ਪ੍ਰਭਾਵ ਜ਼ਿਆਦਾ ਹੈ ਔਰ ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਜੋ ਹਕੂਮਤਾਂ ਨੇ ਉੱਥੇ ਬਹੁਤ ਸਾਰੇ ਕਿਸਾਨ ਆਗੂਆਂ ਦੇ ਪਰਚੇ ਵੀ ਦਰਜ ਕੀਤੇ ਗਏ ਨੇ। ਸੋ ਇਹੋ ਜਿਹੀ ਸਥਿਤੀ ਹੈ। ਇਹ ਸਥਿਤੀ ਤਾਂ ਚੱਲਦੀ ਰਹੇਗੀ, ਪਰ ਜਿੱਥੇ ਇੱਕ ਪਾਸੇ ਪੰਜਾਬ ਦੀ ਗਵਰਨਮੈਂਟ ਕੇਂਦਰ ਸਰਕਾਰ ਨਾਲ ਲੜ ਰਹੀ ਹੈ, ਇਸ ਦੌਰਾਨ ਪੰਜਾਬ ਦੇ ਮੰਤਰੀ ਜਿਹੜੇ ਉਹ ਕਿਸਾਨਾਂ ਨਾਲ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ। ਇਹ ਭਲਾ ਕੀ ਕਹਾਣੀ ਪਾਈ ਗਈ ਹੈ? ਪੰਜਾਬ ਦੇ ਕਿਸਾਨਾਂ ਨਾਲ ਗੱਲਬਾਤ ਉਹ ਇਹ ਕਿ ਇੱਕ ਕਿਸਮ ਦਾ ਬੇਨਤੀ ਕੀਤੀ ਜਾ ਰਹੀ ਹੈ ਜੀ। ਮਾਝੇ ਦੇ ਵਿੱਚ ਕੁਝ ਸਰਕਾਰੀ ਅਧਿਕਾਰੀ, ਕੁਝ ਮੰਤਰੀ, ਕੁਝ ਵਿਧਾਇਕ ਇਹਨਾਂ ਨੇ ਇਕੱਠੇ ਹੋ ਕੇ ਕਿਸਾਨ ਆਗੂਆਂ ਨਾਲ ਜਿਹੜੇ ਸਥਾਨਕ ਆਗੂ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ। ਉਹਨਾਂ ਨੂੰ ਇਹ ਕਿਹਾ ਜਾ ਰਿਹਾ ਕਿ ਤੁਸੀਂ ਘੱਟੋ ਘੱਟ ਜਿਹੜਾ ਆਪਣਾ ਅੰਦੋਲਨ ਹੈ ਜੀ ਇਸ ਨੂੰ ਕਿਸੇ ਤਰੀਕੇ ਨਾਲ ਕਰੋ। ਰੇਲਾਂ ਦਾ ਕੰਮ ਬਿਲਕੁਲ ਬੰਦ ਕਰ ਦਿਓ। ਰੇਲਾਂ ਦੇ ਬਾਰੇ ਭੰਬਲ ਭੂਸੇ ਦੀ ਸਥਿਤੀ ਜਿਹੜੀ ਹੈ ਪਹਿਲੇ ਦਿਨ ਤੋਂ ਬਰਕਰਾਰ ਹੈ। ਕਿਸਾਨਾਂ ਨੇ ਰੋਕੀਆਂ, ਫਿਰ ਛੁੱਟੀ ਦੇ ਦਿੱਤੀ ਕਿ ਤੁਸੀਂ ਮਾਲ ਗੱਡੀਆਂ ਨੂੰ ਆਉਣ ਦਿਓ ਜਾਂ ਇੱਕ ਦਿਨ ਵਾਸਤੇ ਚੱਲਣ ਦਿਓ। ਸਰਕਾਰ ਨਾਰਾਜ਼ ਹੋ ਗਈ ਇਸ ਗੱਲ ਨਾਲ। ਖਾਸ ਤੌਰ ਤੇ ਉਹਨਾਂ ਨੇ ਰੇਲ ਮੰਤਰਾਲੇ ਨੇ ਇਹ ਕਹਿ ਦਿੱਤਾ ਕਿ ਤੁਸੀਂ ਅਗਰ ਮਾਲ ਗੱਡੀਆਂ ਸਾਡੀਆਂ ਚੱਲਣ ਦੇਣੀਆਂ ਤੇ ਪੈਸੇਂਜਰ ਨਹੀਂ ਚੱਲਣ ਦੇਣੀਆਂ ਤੇ ਅਸੀਂ ਕੋਈ ਵੀ ਨਹੀਂ ਚਲਾਉਣੀਆਂ। ਇਹ ਉਹਨਾਂ ਦਾ ਇੱਕ ਪਾਸੜ ਫੈਸਲਾ ਸੀ। ਸਰਕਾਰ ਨੂੰ ਅਜਿਹਾ ਨਹੀਂ ਕਹਿਣਾ ਚਾਹੀਦਾ ਸੀ। ਸੰਘਰਸ਼ ਕਰ ਰਹੀ ਹੈ, ਜਥੇਬੰਦੀਆਂ ਤੇ ਸੰਘਰਸ਼ ਕਰ ਰਹੀਆਂ ਨੇ। ਸਰਕਾਰ ਤੇ ਸਰਕਾਰ ਹੈ, ਉਹਨਾਂ ਦਾ ਕੰਮ ਹੈ ਇਸ ਨੂੰ ਸਹੀ ਤਰੀਕੇ ਨਾਲ ਚਲਾਉਣਾ। ਪਰ ਸਰਕਾਰ ਜਿਹੜੀ ਹੈ ਉਹ ਇਸ ਤਰ੍ਹਾਂ ਫੈਸਲੇ ਲੈ ਰਹੀ ਹੈ ਕੇਂਦਰ ਦੀ, ਵਿੱਚੇ ਰੇਲ ਮੰਤਰਾਲਾ, ਵਿੱਚੇ ਵਿੱਤ ਮੰਤਰਾਲਾ ਔਰ ਨਾਲ ਦੀ ਜਿਹੜੇ ਪੰਜਾਬ ਦੇ ਫੰਡ ਵੀ ਰੁਕ ਗਏ ਨੇ, ਦਿਹਾਤੀ ਵਿਕਾਸ ਫੰਡ ਹੈ, ਉਹ ਸਾਰੇ ਇਕਜੁੱਟ ਹੋ ਕੇ ਪੰਜਾਬ ਦੇ ਖਿਲਾਫ ਇਸ ਤਰ੍ਹਾਂ ਇਕੱਠੇ ਹੋ ਗਏ ਨੇ ਕਿ ਇਹਨਾਂ ਨੂੰ ਹੁਣ ਸਾਹ ਨਹੀਂ ਆਉਣ ਦੇਣਾ, ਇਹਨਾਂ ਦਾ ਸੰਘ ਘੁੱਟਣਾ ਹੈ। ਜਦ ਕਿ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਪੰਜਾਬ ਦੇ ਵਿੱਚ ਜਿਹੜੀ ਸਰਕਾਰ ਹੈ ਉਸ ਦੇ ਅਧਿਕਾਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਗੂਆਂ ਨਾਲ ਗੱਲਬਾਤ ਕਰਕੇ ਘੱਟੋ ਘੱਟ ਰੇਲ ਗੱਡੀਆਂ ਜਿਹੜੀਆਂ ਹਨ ਉਹ ਪੱਕੇ ਤੌਰ ਤੇ ਚੱਲਣ ਦਿੱਤੀਆਂ ਜਾਣ। ਕਿਸਾਨ ਅੱਜ ਵੀ ਲਾਈਨਾਂ ਤੇ ਬੈਠੇ ਹੋਏ ਨੇ ਔਰ ਸਰਕਾਰ ਜਿਹੜੀ ਹੈ ਉਹ ਇਹ ਚਾਹੁੰਦੀ ਹੈ ਕਿ ਕੇਂਦਰ ਦਾ ਜਿਹੜਾ ਰੇਲਵੇ ਮੰਤਰਾਲਾ ਹੈ ਉਹ ਸਾਡੇ ਕੋਲੋਂ ਛੋਟ ਹੀ ਚਾਹੁੰਦਾ ਹੈ, ਉਹ ਵਿਸ਼ਵਾਸ ਚਾਹੁੰਦਾ ਹੈ, ਵਾਅਦਾ ਚਾਹੁੰਦਾ ਹੈ ਇਸ ਗੱਲ ਦਾ ਕਿ ਅਗਰ ਪੰਜਾਬ ਦੇ ਵਿੱਚ ਰੇਲਾਂ ਚੱਲਦੀਆਂ ਨੇ ਤੇ ਇਹਨਾਂ ਦਾ ਕੋਈ ਨੁਕਸਾਨ ਜਾਂ ਕੋਈ ਇਹੋ ਜਿਹੀ ਅਣਸੁਖਾਵੀ ਘਟਨਾ ਨਹੀਂ ਵਾਪਰੇਗੀ। ਮੈਂ ਸਮਝਦਾ ਕਿ ਉਹਨਾਂ ਦੀ ਗੱਲ ਕਰਨੀ ਬਣਦੀ ਹੈ, ਪਰ 100% ਦੀ ਗਰੰਟੀ ਕੌਣ ਦੇ ਸਕਦਾ ਹੈ? ਜੀ ਠੀਕ ਹੈ ਜੀ। ਔਰ ਇਸ ਤਰ੍ਹਾਂ ਦੀਆਂ ਅਣਸੁਖਾਵੀਆਂ ਘਟਨਾ ਦੇ ਕਿਤੇ ਵੀ ਕੋਈ ਸ਼ਰਾਰਤੀ ਵੀ ਕਰ ਸਕਦਾ ਹੈ ਤੇ ਕੈਪਟਨ ਅਮਰਿੰਦਰ ਸਿੰਘ ਗਰੰਟੀ ਕਿਵੇਂ ਦੇ ਸਕਦੇ ਨੇ ਜਦ ਕਿ ਉਹਨਾਂ ਕੋਲ ਸਾਰਾ ਕੁਝ ਹੈ। ਜੇ ਤਾਂ ਰੇਲ ਨੂੰ ਕਿਤੇ ਨੁਕਸਾਨ ਪਹੁੰਚਾਇਆ ਗਿਆ ਹੋਵੇ ਤੇ ਫਿਰ ਤੇ ਗੱਲ ਕੀਤੀ ਜਾ ਸਕਦੀ ਹੈ। ਬਿਲਕੁਲ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਈ। ਇਹ ਕੇਂਦਰ ਸਰਕਾਰ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ, ਪਰ ਪੰਜਾਬ ਦੀ ਹਾਲਤ ਜਿਹੜੀ ਆ ਪਤਲੀ ਹੋਈ ਪਈ ਹੈ ਇਸ ਕਰਕੇ ਕਿਉਂਕਿ DAP ਖਾਦ ਹੈ, ਯੂਰੀਆ ਹੈ, ਹੋਰ ਖਾਦਾਂ ਜਿਹੜੀਆਂ ਨੇ ਇਹ ਆਉਂਦੀਆਂ ਨੇ ਦੂਸਰੇ ਸੂਬਿਆਂ ਤੋਂ। ਹਾਲਾਂਕਿ ਪੰਜਾਬ ਦੇ ਵਿੱਚ ਵੀ ਕੁਝ ਪਲਾਂਟ ਹਨ NFL ਦੇ, ਉੱਥੋਂ ਜਿੰਨੀ ਕੁ ਆ ਸਕਦੀ ਹੈ ਉਹ ਆ ਰਹੀ ਹੈ, ਪਰ ਦੂਸਰੇ ਸੂਬਿਆਂ ਤੋਂ ਜਿਹੜੀ ਪੰਜਾਬ ਨੂੰ ਖਾਦ ਆਉਂਦੀ ਹੈ DAP ਖਾਸ ਤੌਰ ਤੇ ਜੋ ਇੰਪੋਰਟਡ ਹੁੰਦਾ ਹੈ ਉਸ ਦੀ ਰੇਲਵੇ ਵੱਲੋਂ ਬੁਕਿੰਗ ਬੰਦ ਕਰ ਦਿੱਤੀ ਗਈ ਸੀ ਕਾਫੀ ਦਿਨ ਪਹਿਲਾਂ। ਅਸੀਂ ਪਿਛਲੇ ਪ੍ਰੋਗਰਾਮਾਂ 'ਚ ਕਹਿ ਚੁੱਕੇ ਹਾਂ ਉਸ ਨੂੰ ਬੰਦ ਕਰ ਦਿੱਤਾ ਗਿਆ। ਹੁਣ ਬੁਕਿੰਗ ਆ ਰਹੀ ਹੈ ਹਰਿਆਣੇ ਤੱਕ ਜਾਂ ਉਸ ਤੋਂ ਪਿੱਛੇ ਤੱਕ ਜਾਂ ਰਾਜਸਥਾਨ ਦੇ ਵਿੱਚ ਆ ਰਹੀ ਹੈ। ਉੱਥੋਂ ਜਿਹੜੇ ਟਰੱਕ ਭਰ ਕੇ ਪੰਜਾਬ ਦੇ ਵਿੱਚ ਲਿਆਂਦੇ ਜਾ ਰਹੇ ਨੇ ਉਹ ਕਹਿੰਦੇ ਨੇ ਕਿ ਪਿੱਛੇ ਲਾਗੇ ਖਪਤ ਹੋ ਜਾਂਦੇ ਨੇ। ਚੋਰੀ ਵੀ ਹੋਈ ਹੈ, ਕਾਲਾ ਬਾਜ਼ਾਰੀ ਵੀ ਹੋਈ ਹੈ, ਜਮਾਖੋਰੀ ਵੀ ਹੋਈ ਹੈ। ਇਹ ਸਭ ਕੁਝ ਹੋ ਰਿਹਾ ਹੈ। ਬਹੁਤ ਵੱਡਾ ਨੁਕਸਾਨ ਜਿਹੜਾ ਹੈ ਪੰਜਾਬ ਦਾ ਹੋ ਰਿਹਾ। ਪੰਜਾਬ ਦੇ ਵਿੱਚ ਜਿੰਨੇ ਥਰਮਲ ਪਲਾਂਟ ਨੇ ਉਹਨਾਂ ਵਿੱਚ ਵੱਡੀ ਪੱਧਰ ਤੇ ਜਿਹੜੀ ਹੈ ਬਿਜਲੀ ਦੀ ਮੰਗ ਹੁੰਦੀ ਹੈ। 5000 ਮੈਗਾਵਾਟ ਦਿਨ ਦੇ ਵੇਲੇ ਪੰਜਾਬ ਦੇ ਵਿੱਚ ਬਿਜਲੀ ਚਾਹੀਦੀ ਹੈ ਤੇ ਤਕਰੀਬਨ 3500 ਦੇ ਮੈਗਾਵਾਟ ਦੇ ਆਸ-ਪਾਸ ਜਿਹੜੀ ਹੈ ਰਾਤ ਨੂੰ ਜਿਹੜੀ ਹੈ ਬਿਜਲੀ ਚਾਹੀਦੀ ਹੈ। ਪੰਜਾਬ ਸਰਕਾਰ ਇਹ ਕਹਿ ਰਹੀ ਹੈ ਕਿ ਸਾਡੇ ਕੋਲ 1 ਜਾਂ 2 ਥਰਮਲ ਪਲਾਂਟਾਂ ਦੇ ਵਿੱਚ ਜਿਨ੍ਹਾਂ ਵਿੱਚ ਪ੍ਰਾਈਵੇਟ ਵੀ ਹਨ ਤੇ ਸਰਕਾਰੀ ਵੀ, ਸਾਡੇ ਕੋਲ ਸਿਰਫ ਉੱਥੇ 1-2 ਦਿਨ ਦਾ ਕੋਲਾ ਰਹਿ ਗਿਆ। ਵੱਡੇ ਪੱਧਰ ਤੇ ਕੱਟ ਲਾਏ ਜਾ ਰਹੇ ਨੇ ਖੇਤੀ ਨੂੰ ਔਰ ਪੰਜਾਬ ਦੇ ਵਿੱਚ ਕਾਫੀ ਦਿਨਾਂ ਤੋਂ ਕੁਝ ਮੈਂ ਸਮਝਦਾ ਕਿ ਲੰਬੇ ਸਮੇਂ ਤੋਂ ਬਾਰਿਸ਼ ਵੀ ਨਹੀਂ ਹੋਈ, ਜਿਸ ਕਰਕੇ ਕਿਸਾਨਾਂ ਨੇ ਜੋ ਕਣਕ ਦੀ ਬਿਜਾਈ ਕਰਨੀ ਹੁੰਦੀ ਹੈ ਔਰ ਜਿੱਥੋਂ ਝੋਨੇ ਦੀ ਕਟਾਈ ਉਹਨਾਂ ਨੇ ਕੀਤੀ ਹੈ ਔਰ ਉਹਨਾਂ ਨੂੰ ਉੱਥੇ ਹੁਣ ਮੋਟਰਾਂ ਚਲਾ ਕੇ ਤੇ ਰੌਣੀ ਕਰਨੀ ਪੈ ਰਹੀ ਹੈ, ਖੇਤ ਗੱਲੇ ਕਰਨੇ ਪੈ ਰਹੇ ਨੇ, ਵੱਤਰ ਸੁੱਕ ਚੁੱਕਾ ਹੈ ਤੇ ਉਹਨਾਂ ਨੇ ਉਹ ਰੌਣੀ ਕਰਨੀ ਹੈ, ਬਿਜਲੀ ਵੀ ਹੈ, ਤੇਲ ਵੀ ਹੈ। ਆਉਣ ਵਾਲੇ ਦਿਨਾਂ ਵਿੱਚ ਕਿਹੜੀ ਚੀਜ਼ ਦੀ ਕਿਸ ਤਰ੍ਹਾਂ ਕਮੀ ਹੋ ਜਾਵੇਗੀ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਇਹ ਸਾਰੇ ਸੰਕਟ ਨੂੰ ਸੁਲਝਾਉਣ ਲਈ ਖਾਸ ਤੌਰ ਤੇ ਬਿਜਲੀ ਦਾ ਇਸ ਤੇ ਖਾਦ ਦਾ, ਇਹ 2 ਵੱਡੇ ਸੰਕਟ ਨੇ ਜਿਹੜੇ ਪੰਜਾਬ ਨੂੰ ਇਸ ਵੇਲੇ ਜ਼ਿਆਦਾ ਬੌਦਰ ਕਰ ਰਹੇ ਨੇ। ਔਰ ਜਿਹੜੇ ਬਿਜਲੀ ਦੇ ਕੱਟ ਲੱਗ ਰਹੇ ਨੇ ਇਸ ਵਿੱਚ ਖੇਤੀ ਸਨਅਤ ਜ਼ਿਆਦਾ ਖੇਤੀ ਤੇ ਸਨਅਤ ਜਿਹੜੀ ਹੈ ਉਹ ਪ੍ਰਭਾਵਿਤ ਹੋ ਰਹੀ ਹੈ। ਜਿਹੜੇ ਘਰਾਂ ਦੀ ਬਿਜਲੀ ਨੂੰ ਅਜੇ ਤੱਕ ਬਹੁਤ ਜ਼ਿਆਦਾ ਕੱਟ
ਨਹੀਂ ਲਾਏ ਗਏ, ਪਰ ਆਉਣ ਵਾਲੇ ਦਿਨਾਂ ਵਿੱਚ ਬਹੁਤ ਵੱਡੇ ਪੱਧਰ ਤੇ ਕੱਟ ਲੱਗ ਸਕਦੇ ਨੇ। ਬਿਜਲੀ ਜੋ ਬਾਹਰੋਂ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ ਬਾਰੇ ਸਰਕਾਰ ਦਾ ਇਹ ਕਹਿਣਾ ਹੈ, ਸਰਕਾਰ ਦੇ ਅਧਿਕਾਰੀਆਂ ਦਾ, ਕਿ ਉਹ ਸਮਝੌਤਾ ਸਾਡਾ ਅਸੀਂ ਕਿਸੇ ਪਾਸੇ ਲੱਗ ਨਹੀਂ ਰਿਹਾ। ਜ਼ਾਹਿਰਾ ਤੌਰ ਤੇ ਉਸ ਦੇ ਵਿੱਚ ਜੋ ਸਾਡੀ ਗੁਆਂਢੀ ਸਟੇਟ ਹੈ ਹਿਮਾਚਲ ਪ੍ਰਦੇਸ਼, ਇੱਥੋਂ ਜ਼ਿਆਦਾ ਕਰਕੇ ਬਿਜਲੀ ਲਈ ਜਾਂਦੀ ਹੈ। ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਉੱਥੇ ਹੈ, ਹਰਿਆਣੇ ਵਿੱਚ ਵੀ ਹੈ। ਉਹ ਇਹਨਾਂ ਨੂੰ ਦੇਣਗੇ ਜਾਂ ਨਹੀਂ ਦੇਣਗੇ, ਇਸ ਗੱਲ ਦੇ ਬਾਰੇ ਪੱਕੇ ਤੌਰ ਤੇ ਕੁਝ ਨਹੀਂ ਕਿਹਾ ਜਾ ਸਕਦਾ। ਉਹਨਾਂ ਕਿਹਾ ਕਿ ਸਾਡੀ ਗੱਲਬਾਤ ਚੱਲ ਰਹੀ ਹੈ। ਪਰ ਇੱਕ ਖਾਸ ਗੱਲ ਜਿਹੜੀ ਇਹ ਤੁਸੀਂ ਜਿਹੜਾ ਸਵਾਲ ਤੁਸੀਂ ਪੁੱਛਿਆ ਸੀ ਕਿ ਕਿਸਾਨਾਂ ਨਾਲ ਕਿਹੜੀ ਗੱਲਬਾਤ ਚੱਲ ਰਹੀ ਹੈ, ਉਸ ਦੇ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਆਗੂਆਂ ਦਾ ਇਹ ਕਹਿਣਾ ਹੈ, ਸਿਆਸੀ ਸਾਡੇ ਜਿਹੜੇ ਨੇ ਆਗੂ ਨੇ ਉਹਨਾਂ ਦਾ ਤੇ ਅਧਿਕਾਰੀਆਂ ਦਾ, ਵੀ ਕਿਸਾਨਾਂ ਨਾਲ ਬਹੁਤ ਗੱਲਬਾਤ ਜਿਹੜੀ ਹੈ ਕਲੋਜ਼ ਪਹੁੰਚ ਚੁੱਕੀ ਹੈ ਤੇ ਇਹ ਨਿਬੜ ਜਾਣ ਦੇ ਬਹੁਤ ਚੰਗੇ ਅਸਾਰ ਨੇ। ਤੇ ਅਸੀਂ ਸਾਡਾ ਇਹ ਖਿਆਲ ਹੈ ਕਿ ਇਹ ਜਿਹੜੀ ਗੱਲਬਾਤ ਸਾਡੀ ਚੱਲ ਰਹੀ ਹੈ, ਇਸ ਦਾ ਕੋਈ ਨਾ ਕੋਈ ਨਤੀਜਾ ਇੱਕ ਦੇ ਦਿਨ ਦੇ ਵਿੱਚ ਨਿਕਲ ਆਵੇਗਾ। ਤੇ ਹੋ ਸਕਦਾ ਹੈ ਕਿ ਚੰਡੀਗੜ੍ਹ ਦੇ ਵਿੱਚ ਅੱਜ ਵੀ ਇੱਕ ਮੀਟਿੰਗ ਹੋ ਰਹੀ ਹੈ ਤੇ ਉਸ ਦੇ ਵਿੱਚ ਸਾਡੇ ਪ੍ਰੋਗਰਾਮ ਦੇ ਆਉਣ ਤੱਕ ਇਸ ਤਰ੍ਹਾਂ ਦਾ ਫੈਸਲਾ ਆ ਜਾਵੇ ਕਿ ਕਿਸਾਨ ਕਹਿ ਦੇਣ ਕਿ ਓਕੇ ਠੀਕ ਹੈ, ਇਸ ਅੰਦੋਲਨ ਨੂੰ ਹਾਲ ਦੀ ਘੜੀ ਅਸੀਂ ਰੇਲਾਂ ਵਾਲੇ ਨੂੰ ਜਾਂ ਪੂਰੇ ਨੂੰ ਥੋੜਾ ਮੁਲਤਵੀ ਕਰਦੇ ਹਾਂ ਤਾਂ ਕਿ ਹਾਲਾਤ ਜਿਹੜੇ ਨੇ ਬਿਹਤਰ ਹੋ ਸਕਣ। ਪਰ ਜੇਕਰ ਇਸ ਤਰ੍ਹਾਂ ਹੁੰਦਾ ਹੈ ਤੇ ਹਾਲਾਤ ਜਿਹੜੇ ਨੇ ਉਹ ਅਣਸੁਖਾਵੇਂ ਵੀ ਹੋ ਸਕਦੇ ਨੇ। ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹ ਗੱਲ ਕਹੀ ਹੈ ਕਿ ਸਾਨੂੰ ਅਰਾਜਕਤਾ ਵੱਲ ਨੂੰ ਭੇਜਿਆ ਜਾ ਰਿਹਾ ਹੈ ਔਰ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਉਥਲ-ਪੁਥਲ ਹੁੰਦੀ ਹੈ ਤੇ ਸਾਰੇ ਦੇਸ਼ ਨੂੰ ਖਮਿਆਜ਼ਾ ਭੁਗਤਣਾ ਪਏਗਾ। ਜੀ, ਤੇ ਵਿਚਾਰ ਚਰਚਾ 'ਚ ਅਗਲੇ ਵਿਚਾਰ ਤੇ ਚਰਚਾ ਕਰਾਂਗੇ ਪਰ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਫਿਰ ਤੋਂ ਸਵਾਗਤ। ਤੇ ਕੁਲਦੀਪ ਜੀ, ਅਗਲੇ ਸਵਾਲ ਵੱਲ ਚੱਲੀਏ। ਇੱਕ ਪਾਸੇ ਪੰਜਾਬ ਗਵਰਨਮੈਂਟ ਜਿਹੜੀ ਹੈ ਸੈਂਟਰ ਨਾਲ ਲੜ ਰਹੀ ਹੈ ਤੇ ਦੂਜੇ ਪਾਸੇ ਪੰਜਾਬ ਮੰਡੀ ਬੋਰਡ ਨੇ ਖੇਤੀ ਆਰਡੀਨੈਂਸਾਂ ਬਾਰੇ ਉਹਨਾਂ ਨੂੰ ਲਾਗੂ ਕਰ ਦਿੱਤਾ, ਉਹਨਾਂ ਬਾਰੇ ਆਦੇਸ਼ ਜਾਰੀ ਕਰ ਦਿੱਤਾ। ਇਹਦੇ ਬਾਰੇ ਕੀ ਕਹੋਗੇ? ਆਦੇਸ਼ ਉਹਨਾਂ ਨੇ ਹਾਲਾਂਕਿ ਸਿੱਧੇ ਤੌਰ ਤੇ ਤਾਂ ਨਹੀਂ ਜਾਰੀ ਕੀਤੇ, ਲੇਕਿਨ ਕੰਮ ਇੱਕ ਅਜਿਹਾ ਕਰ ਦਿੱਤਾ ਜਿਸ ਨਾਲ ਇਹ ਇਸ ਤਰ੍ਹਾਂ ਲੱਗਣ ਲੱਗ ਪਿਆ ਵੀ ਜਿਵੇਂ ਉਹਨਾਂ ਨੇ ਕੇਂਦਰ ਸਰਕਾਰ ਦੇ ਫੈਸਲਿਆਂ ਤੇ ਮੋਹਰ ਲਾ ਦਿੱਤੀ ਹੋਵੇ। ਜਿਵੇਂ ਕਿ ਇਹ ਕਾਨੂੰਨ ਦੇ ਤਹਿਤ ਇੱਕ ਖੁੱਲ੍ਹ ਦਿੱਤੀ ਗਈ ਹੈ ਕਿ ਕੋਈ ਵਪਾਰੀ ਕਿਤੇ ਵੀ ਜਾ ਕੇ ਮਾਲ ਖਰੀਦ ਸਕਦਾ ਹੈ, ਉਹਨੂੰ ਉੱਥੇ ਦਾ ਫਰੈਸ਼ ਲਾਇਸੈਂਸ ਲੈਣ ਦੀ ਲੋੜ ਨਹੀਂ, ਉੱਥੇ ਦੇ ਲੋਕਲ ਮੰਡੀ ਬੋਰਡ ਤੋਂ ਜਾਂ ਕਿਸੇ ਅਥਾਰਟੀ ਤੋਂ। ਤੇ ਕਿਸੇ ਤਰ੍ਹਾਂ ਜਿਹੜਾ ਵੇਚਣ ਵਾਲਾ ਉਹ ਵੀ ਕਿਤੇ ਜਾ ਕੇ ਵੇਚ ਸਕਦਾ। ਓਪਨ ਮਾਰਕੀਟ ਕਰ ਦਿੱਤੀ ਗਈ ਹੈ। ਲਾਇਸੈਂਸਿੰਗ ਸਿਸਟਮ ਤੇ ਹੈ, ਬਹੁਤ ਜ਼ਿਆਦਾ ਔਖਾ ਵੀ ਨਹੀਂ ਹੈ, ਪਰ ਉਸ ਦਾ ਇੱਕ ਫਾਇਦਾ ਇਹ ਹੈ ਲਾਇਸੈਂਸ ਸਿਸਟਮ ਹੋਣ ਦਾ ਕਿ ਇੱਕ ਮਾਰਕੀਟ ਫੀਸ ਤੇ ਹੋਰ ਜਿਹੜੇ ਖਰਚੇ ਨੇ ਕੁਛ ਉਹ ਦੇਣੇ ਪੈਂਦੇ ਨੇ। ਜਿਵੇਂ ਕਿ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਮੈਂ ਦੱਸਿਆ ਸੀ ਕਿ ਜਿਹੜੇ ਦਿਹਾਤੀ ਵਿਕਾਸ ਫੰਡ ਜਿਹੜੇ ਰੋਕੇ ਗਏ ਨੇ ਉਹ ਵੀ ਉਹੀ ਫੰਡ ਨੇ। ਵਿਕਾਸ ਫੰਡ ਇਹ ਹੈ ਕਿ ਜਦੋਂ ਪੰਜਾਬ ਦੀ ਮੰਡੀ ਦੇ ਵਿੱਚ ਫਸਲ ਪਹੁੰਚਦੀ ਹੈ ਤੇ ਉਸ ਫਸਲ ਤੇ ਕੁਝ ਟੈਕਸ ਦਾ, ਜਦੋਂ ਕੇਂਦਰ ਸਰਕਾਰ ਉਹ ਫਸਲਾਂ ਖਰੀਦਦੀ ਹੈ ਤੇ ਕੁਝ ਹਿੱਸਾ ਜਿਹੜਾ ਹੈ 6% ਦੇ ਆਸ-ਪਾਸ ਜਿਹੜਾ ਹੈ ਉਹ ਪੰਜਾਬ ਸਰਕਾਰ ਕੇਂਦਰ ਤੋਂ ਲੈਂਦੀ ਹੈ ਕਿ ਤੁਸੀਂ ਸਾਡੀ ਫਸਲ ਖਰੀਦੀ ਹੈ ਤੇ ਸਾਨੂੰ ਆਹ ਜਿਹੜੇ ਦੋ ਫੰਡ ਨੇ ਜਿਸ ਵਿੱਚ ਮਾਰਕੀਟ ਫੀਸ ਹੈ ਤੇ ਇੱਕ ਹੋਰ ਫੀਸ ਹੈ ਉਹ ਸਾਨੂੰ ਦਿਓ। ਉਹ ਦਿੰਦੇ ਨੇ ਤੇ ਉਹ ਜਿਹੜੇ ਪੈਸੇ ਨੇ ਮੰਡੀ ਬੋਰਡ ਦੀ ਵੱਡੀ ਆਮਦਨ ਹੁੰਦੀ ਹੈ। ਮੰਡੀ ਬੋਰਡ ਜਿਸ ਦੇ ਬਾਰੇ ਆਖਿਆ ਜਾਂਦਾ ਹੈ ਕਿ ਸਰਦਾਰ ਲਛਮਣ ਸਿੰਘ ਗਿੱਲ ਜਦੋਂ ਪੰਜਾਬ ਦੇ ਮੁੱਖ ਮੰਤਰੀ ਬਣੇ ਨੇ ਤੇ ਉਹਨਾਂ ਨੇ ਮੰਡੀ ਬੋਰਡ ਨੂੰ ਉਹਨਾਂ ਨੇ ਮਜ਼ਬੂਤ ਕੀਤਾ। ਮੰਡੀ ਬੋਰਡ ਦੀ ਆਮਦਨੀ ਨੂੰ ਚੈਨਲਾਈਜ਼ ਕਰਕੇ ਇਸ ਨੂੰ ਪੰਜਾਬ ਦੀਆਂ ਰੂਰਲ ਸੜਕਾਂ ਤੇ ਵਰਤਿਆ ਉਹਨਾਂ ਨੂੰ ਤੇ ਹੋਰ ਕਈਆਂ ਉਸਾਰੀਆਂ ਦੇ ਵਿੱਚ ਇਸ ਨੂੰ ਕਾਰਾਮਦ ਲਿਆਂਦਾ। ਹੁਣ ਸੜਕਾਂ ਬਣੀਆਂ ਲੋਕਲ, ਜ਼ਾਹਿਰਾ ਤੌਰ ਤੇ ਨੈਟਵਰਕ ਜਿਹੜਾ ਸੀ ਜਾਲ ਸੜਕਾਂ ਦਾ ਬਣਿਆ ਗਿਆ। ਇਹ ਉਸ ਸਮੇਂ ਤੇ ਅਕਸਰ ਉਸ ਵੇਲੇ ਦੇ ਬਜ਼ੁਰਗ ਤੇ ਵਿਦਵਾਨ ਕਹਿੰਦੇ ਨੇ ਕਿ ਅਜਿਹਾ ਹੋਇਆ, ਮੰਨਦੇ ਨੇ ਇਸ ਗੱਲ ਨੂੰ ਲੋਕ। ਹੁਣ ਮੰਡੀ ਬੋਰਡ ਇੱਕ ਵੱਡਾ ਅਦਾਰਾ ਹੈ, ਪੰਜਾਬ ਦੇ ਜਿਹੜੇ ਵੱਡੇ ਅਦਾਰੇ ਨੇ ਜਿਨ੍ਹਾਂ ਕੋਲ ਚੰਗਾ ਪੈਸਾ ਹੁੰਦਾ ਹੈ ਉਹਨਾਂ ਵਿੱਚੋਂ ਇੱਕ ਹੈ। ਪਰ ਹੌਲੀ ਹੌਲੀ ਇਸ ਦੀ ਅਹਿਮੀਅਤ ਘਟਦੀ ਗਈ। ਕੇਂਦਰ ਸਰਕਾਰ ਨੇ ਜਿਹੜੇ ਫੰਡ ਰੋਕੇ, ਇਹ ਪਹਿਲਾਂ ਦੱਸ ਚੁੱਕੀਆਂ ਸੀ, ਉਹ ਇਹ ਕਹਿ ਕੇ ਰੋਕ ਲਿਆ ਕਿ ਜਿਹੜਾ ਮੰਡੀ ਜਿਹੜੇ ਪੈਸੇ ਉਹ ਦਿਹਾਤੀ ਵਿਕਾਸ ਫੰਡ ਦੇ ਤੌਰ ਤੇ ਕੇਂਦਰ ਸਰਕਾਰ ਕੋਲੋਂ ਲੈ ਜਾਂਦੇ ਨੇ ਉਹਨਾਂ ਨੂੰ ਸਹੀ ਜਗ੍ਹਾ ਤੇ ਵਰਤਿਆ ਨਹੀਂ ਜਾਂਦਾ ਤੇ ਇਸ ਕਰਕੇ ਰੋਕੇ ਨੇ। ਹਾਲਾਂਕਿ ਪੰਜਾਬ ਸਰਕਾਰ ਦਾ ਇਹ ਕਹਿਣਾ ਕਿ ਕਿਉਂਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਸ਼ਾਮਲ ਹੈ ਤੇ ਇਸ ਕਰਕੇ ਜਿਹੜਾ ਹੈ ਉਹ ਪੰਜਾਬ ਦੇ ਖਿਲਾਫ ਕਾਰਵਾਈ ਜਿਹੜੀ ਕੀਤੀ ਗਈ ਹੈ। ਸੋ ਕਸ਼ਮਕਸ਼ ਜਾਰੀ ਹੈ। ਉਹ ਵੱਡੇ ਪੱਧਰ ਤੇ ਫੰਡ ਨੇ, 1000 ਕਰੋੜ ਤੋਂ ਉੱਪਰ ਦੀ ਰਕਮ ਹੈ। ਪਰ ਪੰਜਾਬ ਦੇ ਵਿੱਚ ਮੰਡੀ ਬੋਰਡ ਕੀ ਕਰ ਰਿਹਾ? ਕੀ ਵਾਕਿਆ ਸਹੀ ਪੈਸੇ ਨੂੰ ਸਹੀ ਜਗ੍ਹਾ ਤੇ ਵਰਤ ਰਿਹਾ ਜਾਂ ਸਹੀ ਤਰੀਕੇ ਨਾਲ ਮਾਰਕੀਟ ਫੀਸ ਲਈ ਵੀ ਜਾ ਰਹੀ ਹੈ? ਅਬੋਹਰ ਫਾਜ਼ਿਲਕਾ ਦਾ ਜਿਹੜਾ ਏਰੀਆ ਹੈ ਉੱਥੇ ਕਿੰਨੂ ਸੰਤਰਾ ਵੱਡੀ ਮਾਤਰਾ ਦੇ ਵਿੱਚ ਹੁੰਦਾ ਹੈ ਔਰ ਵੱਡੀ ਬੈਲਟ ਹੈ ਔਰ ਉੱਥੇ ਦੇ ਸੰਤਰੇ ਦੀ ਕੁਆਲਿਟੀ ਜਿਹੜੀ ਹੈ ਵਿਸ਼ਵ ਪ੍ਰਸਿੱਧ ਹੈ, ਮੰਨੀ ਜਾਂਦੀ ਹੈ। ਵੈਕਸਿੰਗ ਪਲਾਂਟ ਲੱਗੇ ਹੋਏ ਨੇ ਥਾਂ ਤੇ ਔਰ ਉੱਥੇ ਉਹਨਾਂ ਨੂੰ ਵੈਕਸ ਲਾ ਕੇ ਦੁਨੀਆ ਭਰ ਦੇ ਵਿੱਚ ਟ੍ਰੀਟ ਕਰਕੇ ਭੇਜਿਆ ਜਾਂਦਾ ਹੈ। ਪੰਜਾਬ ਦੇ ਵਿੱਚ ਵੀ ਤੇ ਭਾਰਤ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਉੱਥੋਂ ਕਿੰਨੂ ਜਿਹੜਾ ਸੰਤਰਾ ਜਾਂਦਾ, ਸੋਹਣੇ ਸਾਈਜ਼ ਦਾ ਮਿੱਠਾ ਸੰਤਰਾ ਮੰਨਿਆ ਜਾਂਦਾ, ਜੂਸ ਬਹੁਤ ਹੁੰਦਾ। ਹੋਰ ਵੀ ਗੱਲਾਂ ਨੇ।
ਉੱਥੋਂ ਇੱਕ ਫਰਮ ਨੇ ਜੋ ਹਿਮਾਚਲ ਪ੍ਰਦੇਸ਼ ਦੀ ਇੱਕ ਕੰਪਨੀ ਸੀ ਪ੍ਰਾਈਵੇਟ, ਉਸਨੇ ਸੰਤਰੇ ਖਰੀਦਣੇ ਸ਼ੁਰੂ ਕੀਤੇ। ਉਹਨਾਂ ਨੇ ਖਰੀਦੇ ਸੰਤਰੇ, ਵੱਡੀ ਮਾਤਰਾ ਦੇ ਵਿੱਚ ਖਰੀਦ ਕੀਤੀ, ਲੇਕਿਨ ਕੋਈ ਮਾਰਕੀਟ ਫੀਸ ਅਦਾ ਨਹੀਂ ਕੀਤੀ ਔਰ ਉਸ ਦੀ ਤਕਰੀਬਨ 3 ਕਰੋੜ ਤੋਂ ਥੋੜੀ ਜਿਹੀ ਘੱਟ ਜਿਹੜੀ ਰਕਮ ਹੈ ਉਹ ਦੱਸੀ ਜਾਂਦੀ ਹੈ ਕਿ ਉਹਨਾਂ ਵੱਲ ਬਕਾਇਆ ਸੀ। ਤੇ ਮੰਡੀ ਬੋਰਡ ਨੇ ਜਦੋਂ ਤੋਂ ਇਹ ਆਰਡੀਨੈਂਸ ਪਾਸ ਹੋਏ ਨੇ ਜਾਂ ਕਾਨੂੰਨ ਬਣੇ ਨੇ, ਉਸ ਤੋਂ ਬਾਅਦ ਤੇ ਚਲੋ ਮੰਨਿਆ ਕਿ ਉਹਨਾਂ ਨੂੰ ਮਾਫ ਕਰਨੀ ਸੀ ਮਾਰਕੀਟ ਫੀਸ ਜਾਂ ਨਹੀਂ ਸੀ ਲੈ ਸਕਦੇ, ਤੇ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਜਿਹੜੇ ਪਿਛਲੇ ਪੈਸੇ ਬਕਾਇਆ ਸਨ ਉਹਨਾਂ ਨੂੰ ਉਹ ਫੀਸ ਜਿਹੜੀ ਸੀ ਉਵੇਂ ਹੀ ਛੱਡ ਦਿੱਤੀ। ਹੁਣ ਉਹ ਕਿਹੜੇ ਕਾਨੂੰਨਾਂ ਦੇ ਤਹਿਤ ਛੱਡ ਦਿੱਤੀ ਗਈ, ਇਹ ਤੇ ਮੰਡੀ ਬੋਰਡ ਜਵਾਬ ਦੇ ਸਕਦਾ ਹੈ। ਅਜੇ ਤੱਕ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਉਸ ਇਲਾਕੇ ਦੇ ਘੱਟੋ ਘੱਟ ਹੱਥਾਂ ਪੈਰਾਂ ਦੀ ਪਈ ਹੋਈ ਹੈ ਤੇ ਉਹ ਸਫਾਈਆਂ ਦੇਣ ਦੇ ਵਿੱਚ ਲੱਗੇ ਹੋਏ ਨੇ ਕਿ ਅਜਿਹਾ ਕਿਉਂ ਵਾਪਰਿਆ। ਪਰ ਇਹ ਮਾੜੀ ਗੱਲ ਹੈ। ਮੈਂ ਸਮਝਦਾ ਕਿ ਮੰਡੀ ਬੋਰਡ ਜਿਹੜਾ ਇੰਨਾ ਜ਼ਿੰਮੇਵਾਰ ਅਦਾਰਾ ਹੋਣਾ ਚਾਹੀਦਾ ਹੈ ਔਰ ਜਿਸ ਤੇ ਸਿੱਧਾ ਕੰਟਰੋਲ ਜਿਹੜਾ ਹੈ ਉਹ ਪੰਜਾਬ ਸਰਕਾਰ ਦਾ ਹੈ ਔਰ ਮੰਡੀ ਬੋਰਡ ਦਾ ਪੈਸਾ ਜਿਹੜਾ ਹੈ ਇਹ ਦਿਹਾਤ ਦੇ ਭਾਵ ਪਿੰਡਾਂ ਦੇ ਵਿਕਾਸ ਤੇ ਲੱਗਣਾ ਚਾਹੀਦਾ ਹੈ। ਔਰ ਉਹ ਜਿਹੜਾ ਪੈਸਾ ਹੈ ਕਿਉਂਕਿ ਪਿੰਡਾਂ ਦੇ ਵਿੱਚੋਂ ਹੀ ਉਪਜਾਉਂਦੀ ਹੈ ਸਾਰੀ, ਔਰ ਉਸ ਨੂੰ ਕਿੱਥੇ ਕਿੱਥੇ ਕਿਵੇਂ ਵਰਤਿਆ ਜਾਂਦਾ ਇਸ ਬਾਰੇ ਪਾਰਦਰਸ਼ਤਾ ਟਰਾਂਸਪੇਰੈਂਸੀ ਵੀ ਨਹੀਂ ਹੈ। ਇਹਨਾਂ ਗੱਲਾਂ ਨੂੰ ਸਮਝਣ ਦੀ ਲੋੜ ਹੈ। ਪਰ ਇਹ ਜਿਹੜਾ ਫੈਸਲਾ ਉਹਨਾਂ ਵੱਲੋਂ ਲਿਆ ਗਿਆ ਜਾਂ ਘਪਲਾ ਇੱਕ ਕਿਸਮ ਦਾ ਜਿਹਨੂੰ ਕਿਹਾ ਜਾ ਰਿਹਾ ਹੈ ਆਮ ਤੌਰ ਤੇ, ਔਰ ਇਸ ਦਾ ਰੌਲਾ ਰੱਪਾ ਆਉਣ ਵਾਲੇ ਦਿਨਾਂ 'ਚ ਹੋਰ ਪੈਣ ਦੀ ਸੰਭਾਵਨਾ ਹੈ। ਇਹ ਗੱਲ ਮਾੜੀ ਹੈ। ਕਿਸੇ ਨੂੰ ਇਸ ਤਰ੍ਹਾਂ ਅੰਦਰ ਖਾਤੇ ਫਾਇਦਾ ਪਹੁੰਚਾ ਦੇਣਾ ਤੇ ਜਿਹੜਾ ਸਟੇਟ ਫੰਡਸ ਨੇ ਜਾਂ ਲੋਕਾਂ ਦਾ ਸਰਮਾਇਆ ਹੈ ਉਸ ਨੂੰ ਨੁਕਸਾਨ ਪਹੁੰਚਾ ਦੇਣਾ ਇੱਕ ਸਰਕਾਰੀ ਅਦਾਰੇ ਵੱਲੋਂ, ਇਹ ਬਹੁਤ ਮਾੜੀ ਗੱਲ ਹੈ। ਜੀ ਕੁਲਦੀਪ ਜੀ, ਇੱਕ ਅਗਲੀ ਜਿਹੜੀ ਗੱਲ ਤੇ ਆਪਾਂ ਚਰਚਾ ਕਰਨੀ ਹੈ ਉਹ ਬੜੀ ਦੁਖਦਾਈ ਗੱਲ ਹੈ ਕਿ ਆਮ ਲੋਕ ਤਾਂ ਅਣਜਾਣੇ 'ਚ ਕੋਈ ਗਲਤੀ ਹੋ ਜਾਂਦੀ ਹੈ, ਪਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਆਪਣੀ ਮਸ਼ਹੂਰੀ ਲਈ ਇਹ ਬੜੀ ਚਰਚਾ ਹੈ ਅੱਜ ਦੇ ਦਿਨ ਇਸ ਖਬਰ ਦੀ। ਇਹਦੇ ਬਾਰੇ ਕੀ ਦੱਸੋਗੇ ਸਾਨੂੰ? ਬੇਅਦਬੀ ਜਿਹੜੀ ਹੈ ਨਾ ਜੀ, ਇਹ ਕਾਫੀ ਦੇਰ ਤੋਂ ਚੱਲਦੀ ਆ ਰਹੀ ਹੈ ਜੀ। ਅਸੀਂ ਅੱਜ ਦੀ ਨਹੀਂ ਇਹ ਗੱਲ, ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਜੀ, ਔਰ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜਦੀ ਹੈ ਇਹਨਾਂ ਗੱਲਾਂ ਨਾਲ ਜੀ। ਬਲਕਿ ਇਕੱਲੀ ਧਾਰਮਿਕ ਭਾਵਨਾਵਾਂ ਨੂੰ ਵੀ ਨਹੀਂ, ਜਿਹੜੇ ਲੋਕ ਵੈਸੇ ਵੀ ਇਸ ਦੇਸ਼ ਦੇ ਜਿਹੜੇ ਰੱਬ ਨੂੰ ਨਹੀਂ ਵੀ ਮੰਨਣ ਵਾਲੇ ਲੋਕ ਉਹ ਵੀ ਦੁਖੀ ਹੁੰਦੇ ਹੋਣਗੇ ਕਿ ਅਜਿਹੀ ਘਟਨਾ ਨਹੀਂ ਹੋਣੀ ਚਾਹੀਦੀ ਜੀ। ਬੇਅਦਬੀ ਤੇ ਕਿਸੇ ਇੱਕ ਕਿਤਾਬ ਦੀ ਵੀ ਨਹੀਂ ਹੋਣੀ ਚਾਹੀਦੀ ਮੈਂ ਸਮਝਦਾ। ਤੇ ਧਾਰਮਿਕ ਜਿਹੜੀਆਂ ਸਾਡੇ ਗ੍ਰੰਥ ਨੇ ਜਾਂ ਪੁਸਤਕਾਂ ਨੇ ਜਾਂ ਇਹੋ ਜਿਹੀਆਂ ਚੀਜ਼ਾਂ ਨੇ, ਗੁਟਕਾ ਸਾਹਿਬ ਨੇ, ਇਹਨਾਂ ਦੀ ਹੋਣੀ ਤੇ ਬਹੁਤ ਮਾੜੀ ਗੱਲ ਹੈ। ਸੋ ਇਸ ਦੇ ਵਿੱਚ ਕੀ ਹੋ ਜਾਂਦਾ ਕਈ ਵਾਰੀ, ਤੇ ਇਹ ਤਾਂ ਸਥਾਨਕ ਕਈ ਵਾਰੀ ਕਾਰਨ ਹੁੰਦੇ ਨੇ ਇਸ ਦੇ ਵਿੱਚ ਜੀ। ਇਹ ਲੁਧਿਆਣੇ ਦੇ ਟਿੱਬਾ ਸਾਹਿਬ ਇਲਾਕੇ ਦੀ ਇਹ ਗੱਲ ਹੈ ਕਿ ਉੱਥੇ ਦੇ ਇੱਕ ਸੇਵਾ ਸਿੰਘ ਨਾਮ ਦਾ ਪੱਤਰਕਾਰ ਸੀ ਜੀ, ਕਿਸੇ ਛੋਟੀ ਮੋਟੀ ਅਖਬਾਰ ਨਾਲ ਕੰਮ ਕਰਦਾ ਸੀ ਜਾਂ ਕਿਸੇ ਹੋਰ ਮੀਡੀਆ ਆਊਟਲੈਟ ਨਾਲ ਕੰਮ ਕਰਦਾ ਹੋਵੇਗਾ। ਉਸਨੇ ਪੁਲਿਸ ਨੂੰ ਕੁਝ ਦਿਨ ਪਹਿਲਾਂ ਖਬਰ ਜਾ ਦਿੱਤੀ ਕਿ ਫਲਾਂ ਜਗ੍ਹਾ ਤੇ 2 ਮੋਟਰਸਾਈਕਲ ਸਵਾਰ ਜਿਹੜੇ ਮੈਂ ਉਹ ਜਾਂਦੇ ਦੇਖੇ ਨੇ ਤੇ ਉਹ ਗੁਟਕਾ ਸਾਹਿਬ ਦੇ ਅੰਗ ਫਾੜ ਕੇ ਜਿਹੜੇ ਨੇ ਉੱਥੇ ਪਾੜ ਕੇ ਸੁੱਟ ਗਏ ਨੇ ਜੀ। ਹੋਰ ਪੁਲਿਸ ਨੇ ਉੱਥੇ ਜਾ ਕੇ ਉਸ ਦੀ ਸ਼ਿਕਾਇਤ ਦੇ ਆਧਾਰ ਤੇ ਉਹ ਜਿਹੜੀ ਸੀ ਉਹ ਜਾਂਚ ਸ਼ੁਰੂ ਕੀਤੀ। ਉਹਨਾਂ ਨੇ ਅੰਗ ਵੀ ਦੇਖੇ ਔਰ ਜਦੋਂ ਉਹਨਾਂ ਨੇ ਵੇਖਿਆ ਕਿ ਵਾਕਈ ਗੱਲ ਹੋਈ ਹੈ ਔਰ ਬੇਅਦਬੀ ਹੋਈ ਹੈ, ਤੇ ਉਹ ਪੱਤਰਕਾਰ ਸੀ, ਇਹ ਸਾਰੀ ਜਦ ਕਿ ਜਦੋਂ ਉਸ ਤੋਂ ਜਾਂਚ ਪੜਤਾਲ ਹੋਈ ਔਰ ਉਸ ਇਲਾਕੇ ਦੀ ਸੀਸੀਟੀਵੀ ਫੁਟੇਜ ਜਿਹੜੀ ਸੀ ਉਹ ਦੇਖੀ ਗਈ, ਉਸ ਦੀ ਜਾਂਚ ਕੀਤੀ ਗਈ ਤੇ ਇਹ ਗੱਲ ਸਾਹਮਣੇ ਆਈ ਕਿ ਕੋਈ ਮੋਟਰਸਾਈਕਲ ਸਵਾਰ ਉੱਥੋਂ ਉਹਨਾਂ ਉਸ ਸਮੇਂ ਦੇ ਵਿੱਚ ਨਹੀਂ ਲੰਘਿਆ। ਜਦੋਂ ਉਹਦਾ ਦੱਸਿਆ, ਹੌਲੀ ਹੌਲੀ ਉਸਦਾ ਝੂਠ ਖੁੱਲਣਾ ਸ਼ੁਰੂ ਹੋ ਗਿਆ, ਜਿਵੇਂ ਕਿ ਆਮ ਤੌਰ ਤੇ ਜਾਂਚ ਵਿੱਚ ਹੁੰਦਾ। ਉਹ ਵਿਅਕਤੀ ਝੂਠਾ ਪਾਇਆ ਗਿਆ ਪੁਲਿਸ ਦੇ ਕਹਿਣ ਮੁਤਾਬਕ। ਹਾਲਾਂਕਿ ਇਹ ਜਿਹੜਾ ਕੇਸ ਹੈ ਅਦਾਲਤ ਦੇ ਅਧੀਨ ਹੈ, ਜਾਂ ਇਸ ਬਾਰੇ ਕੋਈ ਰਾਜੀਨਾਮਾ ਜਾਂ ਕੁਝ ਹੋਇਆ ਜਾਂ ਨਹੀਂ ਇਸ ਬਾਰੇ ਕੋਈ ਪਤਾ ਨਹੀਂ। ਸੋ ਪੁਲਿਸ ਨੇ ਇਹ ਕਿਹਾ ਕਿ ਉਸ ਵਿਅਕਤੀ ਨੇ ਜਾਂਚ ਦੌਰਾਨ ਮੰਨ ਲਿਆ ਕਿ ਸਿਰਫ ਉਸਨੇ ਕਿ ਮੈਂ ਇਸ ਦੀ ਮੋਹਰੇ ਹੋ ਕੇ ਖਬਰ ਲਾ ਦੇਵਾਂ ਕਿਤੇ, ਮੈਂ ਉਸ ਗੱਲ ਲਈ ਇਹ ਕੰਮ ਕਰ ਦਿੱਤਾ ਜੀ। ਔਰ ਉਹਨਾਂ ਦੇ ਬਾਅਦ ਵਿੱਚ ਬਹੁਤ ਸਾਰੇ ਉੱਥੇ ਪੁਲਿਸ ਦੇ ਉੱਚ ਅਧਿਕਾਰੀ ਪਹੁੰਚੇ ਤੇ ਉਹਨਾਂ ਨੇ ਹੋਰ ਵੀ ਉਸਦੇ ਘਰ ਦੀ ਤਲਾਸ਼ੀ ਲੈ ਕੇ ਕਈ ਚੀਜ਼ਾਂ ਬਰਾਮਦ ਕੀਤੀਆਂ ਨੇ। ਸੋ ਮੈਂ ਸਮਝਦਾ ਕਿ ਬੜੀ ਮਾੜੀ ਗੱਲ ਹੈ ਜੀ। ਇਸ ਤਰ੍ਹਾਂ ਦੀਆਂ ਇਹ ਆਮ ਤੌਰ ਤੇ ਇਸ ਦਾ ਜੋ ਆਊਟਕਮ ਹੈ ਉਸ ਦੇ ਵੱਲ ਆਮ ਤੌਰ ਤੇ ਇਹ ਜਿਹੜੇ ਮੈਂ ਮਾਨਸਿਕ ਤੌਰ ਤੇ ਕਮਜ਼ੋਰ ਲੋਕ ਇਹਨਾਂ ਨੂੰ ਕਹਾਂਗਾ ਔਰ ਜਿਹੜੇ ਇਸ ਤਰ੍ਹਾਂ ਦੀ ਘਟਨਾ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ, ਉਹ ਸਮਝਦੇ ਨਹੀਂ ਕਿ ਇਸ ਦਾ ਸਾਰੇ ਸਮਾਜ ਤੇ ਮੁਆਸ਼ਰੇ ਤੇ ਕੀ ਪ੍ਰਭਾਵ ਪੈ ਸਕਦਾ ਹੈ। ਕੀ ਉਸ ਵਿਅਕਤੀ ਨੇ ਸੋਚਿਆ ਹੋਵੇਗਾ ਕਿ ਇਸ ਨਾਲ ਦੰਗੇ ਵੀ ਹੋ ਸਕਦੇ ਨੇ ਪੰਜਾਬ ਵਿੱਚ, ਪੰਜਾਬ ਬੰਦ ਹੋ ਸਕਦਾ, ਕਰਫਿਊ ਲੱਗ ਸਕਦਾ, ਕਿਸੇ ਦੀ ਜਾਨ ਜਾ ਸਕਦੀ ਹੈ। ਔਰ ਪਹਿਲਾਂ ਹੋਇਆ ਜੀ, ਬਹੁਤ ਵਾਰੀ ਹੋਇਆ ਤੇ ਭਵਿੱਖ ਵਿੱਚ ਵੀ ਹੋਵੇਗਾ ਜਦੋਂ ਤੱਕ ਅਸੀਂ ਸਮਝਦੇ ਨਹੀਂ। ਮੈਂ ਸਮਝਦਾ ਕਿ ਇਹਨਾਂ ਦੇ ਵਿੱਚ ਸਰਕਾਰਾਂ ਨੂੰ 1-2 ਐਗਜ਼ੈਂਪਲਰੀ ਪਨਿਸ਼ਮੈਂਟ ਜਿਹੜੀਆਂ ਨੇ ਉਹ ਇਹੋ ਜਿਹੇ ਲੋਕਾਂ ਨੂੰ ਹੋਣ ਔਰ ਉੱਥੇ ਤਾਂ ਕਿ ਜਿਹੜਾ ਬੰਦਾ ਇਸ ਪਾਸੇ ਵੱਲ ਨੂੰ ਸੋਚਦਾ ਹੈ ਉਸ ਨੂੰ ਉਹ 500 ਵਾਰੀ ਸੋਚਣ ਲਈ ਮਜਬੂਰ ਹੋਵੇ ਕਿ ਮੈਂ ਆਹ ਕੰਮ ਕਰ ਰਿਹਾ ਤੇ ਇਸ ਦੇ ਕੀ ਨਤੀਜੇ ਹੋ ਸਕਦੇ ਨੇ। ਬਹੁਤ ਮੈਂ ਸਮਝਦਾ ਕਿ ਇਹ ਮਾਨਸਿਕ ਅਵਸਥਾ ਹੀ ਹੈ ਇੱਕ ਅਜਿਹੀ ਕਿ ਜਿਸ ਦੇ ਵਿੱਚ ਲੋਕ ਇਹ ਕਹਿੰਦੇ ਨੇ ਕਿ ਚਲੋ ਠੀਕ ਹੈ ਇਹ ਕੰਮ ਹੋਣ ਦਿਓ, ਪਰ ਗੱਲ ਮਾੜੀ ਹੈ, ਓਵਰਆਲ ਗੱਲ ਮਾੜੀ ਹੈ ਜੀ। ਕੁਲਦੀਪ ਜੀ, ਅਗਲੀ ਵਿਚਾਰ ਤੇ ਚਰਚਾ ਕਰੀਏ ਤੇ ਉਹ ਹੈ ਬਾਬਾ ਰਾਮਦੇਵ ਦੀ ਦਵਾਈ ਨੇ ਰਿਕਾਰਡ ਤੋੜ ਦਿੱਤੇ। ਇੱਕ ਵੱਡੀ ਖਬਰ ਹੈ ਤੇ ਉਹ ਕਿਹੜੀ ਦਵਾਈ ਹੈ, ਕੀ ਇਹਦਾ ਸੱਚ ਹੈ, ਇਹ ਅਸੀਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ।
ਬਾਬਾ ਰਾਮਦੇਵ ਬੜੀ ਅਜੀਬ ਸ਼ਖਸੀਅਤ ਨੇ ਜੀ ਪਰ ਇੱਕ ਗੱਲ ਪੱਕੀ ਹੈ ਕਿ ਉਹ ਵਪਾਰੀ ਬੜੇ ਕਾਮਯਾਬ ਨੇ ਜੀ ਔਰ ਉਹਨਾਂ ਨੂੰ ਲੋਕਾਂ ਦੀ ਨਬਜ਼ ਤੇ ਰਮਜ਼ ਦਾ ਪਤਾ ਹੈ। ਜੀ ਬਾਬਾ ਰਾਮਦੇਵ ਨੇ ਬਹੁਤ ਚੀਜ਼ਾਂ ਲਾਂਚ ਕੀਤੀਆਂ ਨੇ ਤੇ ਕਈ ਅਜਿਹੀਆਂ ਚੀਜ਼ਾਂ ਵੀ ਇੰਨੀ ਵੱਡੀ ਮਾਤਰਾ ਦੇ ਵਿੱਚ ਭਾਰਤ ਦੀ ਮਾਰਕੀਟ ਦੇ ਵਿੱਚ ਫੈਲਾ ਦਿੱਤੀਆਂ ਜਿਨ੍ਹਾਂ ਦੀ ਪ੍ਰੋਡਕਸ਼ਨ ਕਰਨੀ ਸੰਭਵ ਲੱਗਦੀ ਹੈ। ਉਹ ਗੱਲ ਗਲੇ 'ਚੋਂ ਉਤਰਦੀ ਨਹੀਂ ਕਿ ਇੰਨਾ ਸਮਾਨ ਉਹਨਾਂ ਨੇ ਕਿੱਥੋਂ ਲਿਆ ਹੋਵੇਗਾ। ਇੰਨੀਆਂ ਆਰਗੈਨਿਕ ਵਸਤਾਂ ਔਰ ਇਹੋ ਜਿਹੀਆਂ ਚੀਜ਼ਾਂ ਕਿ ਹਿਮਾਲਿਆ ਦੀ ਇੱਕ ਫਲਾਨੀ ਪਹਾੜੀ ਤੋਂ ਅਸੀਂ ਇਹ ਜਿਹੜੀ ਚੀਜ਼ ਆਪ ਦੇ ਵਾਸਤੇ ਲੈ ਕੇ ਆਏ ਆ। ਇਹ ਲੂਣ ਜਿਹੜਾ ਹੈ ਇਹ ਜਿਹੜਾ ਪਹਿਲਾਂ ਭਾਰਤ ਦੇ ਵਿੱਚ ਨਹੀਂ ਸੀ, ਅਸੀਂ ਤੁਹਾਨੂੰ ਉਹ ਜਿਹੜਾ ਲੂਣ ਹੈ ਖਵਾ ਰਹੇ ਹਾਂ। ਹੋਰ ਅਨੇਕਾਂ ਵਸਤਾਂ ਉਹਨਾਂ ਨੇ ਲਿਆਂਦੀਆਂ ਪਰ ਕਈ ਵਾਰੀ ਉਹ ਆਪਣੇ ਚੱਕਰ ਵਿੱਚ ਫਸ ਵੀ ਜਾਂਦੇ ਨੇ। ਉਹਨਾਂ ਨੇ ਇੱਕ ਚੀਜ਼ ਲਿਆਂਦੀ, ਪਿੱਛੇ ਜਿਹੇ ਗੱਲ ਕੀਤੀ ਕਿ ਕਰੋਨਾ ਦੀ ਦਵਾਈ ਅਸੀਂ ਬਣਾ ਲਈ ਹੈ ਕਰੋਨਾ ਦੇ ਇਲਾਜ ਵਾਸਤੇ। ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ, ਪਹਿਲਾਂ ਵੀ ਅਸੀਂ ਗੱਲ ਕਰ ਚੁੱਕੇ ਹਾਂ ਪਰ ਉਹ ਪਿੱਛੇ ਪਲਟ ਗਏ ਜਦੋਂ ਉਹਨਾਂ ਤੇ ਦਬਾਅ ਪਿਆ। ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਵਾਲਿਆਂ ਨੇ ਵੀ ਉਸ ਤੇ ਦਬਾਅ ਪਾਇਆ ਕਿ ਤੁਸੀਂ ਕੀ ਆਖਿਆ, ਤੁਸੀਂ ਦਵਾਈ ਕਿੱਥੋਂ ਬਣਾਈ ਹੈ, ਇਸ ਨੂੰ ਪ੍ਰਵਾਨ ਕਿਹਨੇ ਕੀਤਾ, ਪ੍ਰਮਾਣਿਤ ਕਿਹਨੇ ਕੀਤਾ। ਇਸ ਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ। ਹਾਲਾਂਕਿ ਉਹਨਾਂ ਨੇ ਕਿਹਾ ਕਿ ਇਹ ਅਸੀਂ ਇੱਕ ਇਹੋ ਜਿਹੀ ਚੀਜ਼ ਬਣਾਈ ਹੈ ਜੋ ਕਰੋਨਾ ਦੇ ਇਲਾਜ ਦੇ ਵਿੱਚ ਸਹਾਈ ਹੋ ਸਕਦੀ ਹੈ ਔਰ ਇਸ ਦੇ ਨਾਲ ਇਮਿਊਨਿਟੀ ਬੂਸਟ ਜਿਹੜੀ ਹੈ ਮਿਲ ਸਕਦੀ ਹੈ। ਹੁਣ ਇੱਕ ਉਹਨਾਂ ਨੇ ਇੱਕ ਤਾਜ਼ਾ ਬਿਆਨ ਦੇ ਦਿੱਤਾ ਕਿ ਕੋਰੋਨਲ ਕਿਟਸ ਨਾਂ ਦੀ ਅਸੀਂ ਇੱਕ ਚੀਜ਼ ਜਿਹੜੀ ਲਾਂਚ ਕੀਤੀ ਸੀ, ਦਵਾਈ ਬਣਾਈ ਸੀ, ਇਸ ਦੇ ਨਾਲ ਇਸ ਦੀ ਰਿਕਾਰਡ ਤੋੜ ਵਿਕਰੀ ਹੋਈ ਹੈ। ਉਹਨਾਂ ਨੇ ਅੰਕੜੇ ਦਿੱਤੇ ਨੇ ਕਿ ਤਕਰੀਬਨ ਹੁਣ ਤੱਕ 4 ਮਹੀਨਿਆਂ ਦੇ ਸਮੇਂ 'ਚ 25 ਲੱਖ ਯੂਨਿਟ ਅਸੀਂ ਵੇਚ ਦਿੱਤੇ ਨੇ। ਸੋ ਇਹ ਹੁਣ ਇਹ ਉਹਨਾਂ ਦਾ ਪਬਲਿਸਿਟੀ ਸਟੰਟ ਹੈ ਕਿ ਦਵਾਈ ਉਹਨਾਂ ਨੇ ਉਹ ਜਦੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਜ਼ਿਆਦਾ ਬਣਾ ਲਈ ਸੀ ਤੇ ਸ਼ਾਇਦ ਵਿਕੀ ਨਹੀਂ ਤੇ ਜਾਂ ਵਾਕਿਆ ਵਿਕੀ ਹੈ ਤੇ ਜਾਂ ਹੁਣ ਉਹਨਾਂ ਨੇ ਇਹ ਪਬਲਿਸਿਟੀ ਇਸ ਕਰਕੇ ਕਰ ਦਿੱਤੀ ਹੈ ਕਿ ਅਸੀਂ ਇਸ ਦਾ ਪ੍ਰਚਾਰ ਕਰ ਦਈਏ ਤੇ ਲੋਕ ਭੱਜ ਪੈਣ ਇਸ ਨੂੰ ਖਰੀਦਣ ਵਾਸਤੇ। ਇਹ ਕੁਝ ਵੀ ਹੋ ਸਕਦਾ ਹੈ। ਮੈਂ ਸਮਝਦਾ ਕਿ ਬਾਬਾ ਰਾਮਦੇਵ ਅਜੇ ਜਿਹੜਾ ਹੈ ਭੰਬਲ ਭੂਸੇ ਦੇ ਵਿੱਚ ਨੇ ਇਸ ਗੱਲ ਦੇ ਪੱਖੋਂ ਕਿ ਇਹ ਬਿਮਾਰੀ ਕੀ ਹੈ ਤੇ ਇਸ ਦਾ ਇਲਾਜ ਕਿਵੇਂ ਹੋਣਾ ਹੈ ਜਾਂ ਇਸ ਦੀ ਰੋਕਥਾਮ ਕਿਵੇਂ ਹੋ ਸਕਦੀ ਹੈ, ਇਸ ਪੱਖ ਤੋਂ ਉਹਨਾਂ ਕੋਲ ਕੋਈ ਵੱਡੀ ਖੋਜ ਨਾ ਹੋ ਕੇ ਸਿਰਫ ਵਪਾਰਕ ਪੱਖ ਜਿਹੜਾ ਹੈ ਉਸ ਨੂੰ ਉਹਨਾਂ ਨੇ ਚੰਗੀ ਤਰ੍ਹਾਂ ਪਕੜ ਲਿਆ ਤੇ ਆਪਣੀ ਮੁੱਠੀ 'ਚ ਕੈਦ ਕਰ ਲਿਆ। ਜੇ ਵਾਕਈ ਉਹਨਾਂ ਨੇ ਵੇਚੀ ਹੈ ਤੇ ਫਿਰ ਵੀ ਜੇ ਨਹੀਂ ਅਜੇ ਤੱਕ ਵੇਚੀ ਤੇ ਉਹ ਛੇਤੀ ਵੇਚ ਲੈਣਗੇ। ਜੀ ਤੇ ਕੁਲਦੀਪ ਜੀ ਬੜੇ ਸੋਹਣੇ ਤਰੀਕੇ ਨਾਲ ਤੁਸੀਂ ਇਹਦਾ ਜਵਾਬ ਦਿੱਤਾ ਹੈ ਤੇ ਹੁਣ ਅਗਲਾ ਜਵਾਬ ਤੁਹਾਡੇ ਕੋਲ ਅਗਲੇ ਸਵਾਲ ਤੇ ਲਵਾਂਗੇ ਪਰ ਇਸ ਵੇਲੇ ਬ੍ਰੇਕ ਦਾ ਵੇਲਾ ਹੈ। ਬ੍ਰੇਕ ਤੋਂ ਬਾਅਦ ਪੰਜਾਬੀ ਨੈਸ਼ਨਲ ਟੀਵੀ ਦੇ ਪ੍ਰੋਗਰਾਮ ਵਿਚਾਰ ਚਰਚਾ 'ਚ ਆਪ ਸਭ ਦਰਸ਼ਕਾਂ ਦਾ ਫੇਰ ਤੋਂ ਸਵਾਗਤ। ਤੇ ਕੁਲਦੀਪ ਜੀ ਤੁਹਾਡਾ ਸਵਾਗਤ ਅਸੀਂ ਹਮੇਸ਼ਾ ਹੀ ਕਰਦੇ ਹਾਂ ਕਿਉਂਕਿ ਤੁਸੀਂ ਬੜੇ ਚੰਗੇ ਤਰੀਕੇ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋ। ਤੇ ਹੁਣ ਜਿਹੜੀ ਲੇਟੈਸਟ ਜਿਹੜੀ ਖਬਰ ਹੈ ਉਹ ਪੰਜਾਬ ਦੇ ਵਿੱਚ ਕਿਸਾਨੀ ਧਰਨਿਆਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਕੁਝ ਆਖਿਆ। ਕੀ ਕਿਹਾ ਉਹਨਾਂ ਨੇ ਭਲਾ? ਜਿਵੇਂ ਕਿ ਮੈਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਆਖਿਆ ਸੀ ਕਿ 2-3 ਖਬਰਾਂ ਅੱਜ ਅਸੀਂ ਇਹੋ ਜਿਹੀਆਂ ਸਾਂਝੀਆਂ ਕਰ ਰਹੇ ਹਾਂ ਜਿਹੜੀਆਂ ਮਿੰਟ ਤੇ ਬਦਲੀ ਹੋ ਰਹੀਆਂ ਨੇ। ਸੋ ਇਸ ਦੇ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਇੱਕ ਤੇ ਇਹ ਹੈ ਕਿ ਰਾਜਘਾਟ ਤੋਂ ਉਹਨਾਂ ਨੇ ਹਟਾ ਕੇ ਜੰਤਰ ਮੰਤਰ ਵੱਲ ਧਿਆਨ ਕਰ ਲਿਆ। ਉੱਥੇ ਕਿੰਨੀ ਦੇਰ ਬਹਿਣਗੇ ਇਸ ਗੱਲ ਦਾ ਅਜੇ ਪਤਾ ਨਹੀਂ ਹੈ ਪਰ ਉਹਨਾਂ ਨੇ 2-4 ਗੱਲਾਂ ਜਿਹੜੀਆਂ ਨੇ ਉੱਥੇ ਕੀਤੀਆਂ ਨੇ ਜੋ ਖਬਰਾਂ ਬਣ ਰਹੀਆਂ ਨੇ ਉਹਨਾਂ ਵਿੱਚੋਂ ਇੱਕ ਤੇ ਇਹ ਉਹਨਾਂ ਨੇ ਖਬਰ ਦਿੱਤੀ ਹੈ ਕੈਪਟਨ ਅਮਰਿੰਦਰ ਸਿੰਘ ਨੇ ਕਿ ਜਿਹੜੇ ਬਿੱਲ ਅਸੀਂ ਪੰਜਾਬ ਸਰਕਾਰ ਨੇ ਪਾਸ ਕੀਤੇ ਸੀ ਜਿਸ ਦੇ ਵਿੱਚ MSP ਉਸ ਨੂੰ ਬਹਾਲ ਕਰਨ ਲਈ ਜਾਂ ਉਸ ਨੂੰ ਕਾਇਮ ਰੱਖਣ ਲਈ ਇੱਕ ਕਾਨੂੰਨ ਪਾਸ ਕੀਤਾ ਸੀ ਕਿ ਅਸੀਂ ਪੰਜਾਬ ਦੇ ਵਿੱਚ ਕਣਕ ਤੇ ਝੋਨੇ ਦੀ ਖਰੀਦ ਵਾਸਤੇ ਜੋ ਘੱਟ ਦੇਵੇਗਾ ਉਸ ਨੂੰ ਜੁਰਮਾਨਾ ਜਾਂ ਸਜ਼ਾ ਕਰਾਂਗੇ। ਉਹ ਜਿਹੜੇ ਅਸੀਂ ਬਿੱਲ ਪਾਸ ਕੀਤੇ ਸੀ ਉਹ ਅਜੇ ਤੱਕ ਰਾਜਪਾਲ ਸਾਹਿਬ ਨੇ ਪਾਸ ਨਹੀਂ ਕੀਤੇ ਤੇ ਉਹ ਰਾਸ਼ਟਰਪਤੀ ਦੇ ਕੋਲ ਭੇਜੇ ਤੱਕ ਨਹੀਂ, ਉਹ ਦਬਾ ਕੇ ਬੈਠੇ ਹੋਏ ਨੇ। ਸੋ ਇੱਕ ਤੇ ਉਹਨਾਂ ਨੇ ਇਹ ਗੱਲ ਕੀਤੀ ਹੈ। ਦੂਸਰੀ ਉਹਨਾਂ ਨੇ ਇਹ ਕਹਿ ਦਿੱਤੀ ਹੈ ਕਿ ਕਣਕ ਦੀ ਬਿਜਾਈ ਸ਼ੁਰੂ ਹੈ ਤੇ 10% ਯੂਰੀਆ ਹੈ ਸਾਡੇ ਕੋਲ, ਇਹ ਸਾਡੇ ਕੋਲ ਬਹੁਤ ਜ਼ਿਆਦਾ ਘੱਟ ਹੈ। ਦੂਸਰਾ ਉਹਨਾਂ ਨੇ ਇੱਕ ਸਨਸਨੀਖੇਜ਼ ਖੁਲਾਸਾ ਕੀਤਾ ਹੈ ਕਿ ਇੱਕ ਤੇ ਦਿਹਾਤੀ ਵਿਕਾਸ ਫੰਡ ਦੀ ਅਸੀਂ ਗੱਲ ਕੀਤੀ ਸੀ, ਨਾਲ ਹੀ ਉਹਨਾਂ ਨੇ ਹੁਣ ਕਹਿ ਦਿੱਤਾ ਹੈ ਕਿ ਸਾਡੇ ਕੋਲ ਕੁਝ GST ਦਾ ਬਕਾਇਆ ਹੈ ਜੋ 10,000 ਕਰੋੜ ਹੈ ਕੇਂਦਰ ਸਰਕਾਰ ਦਾ। ਕੇਂਦਰ ਸਰਕਾਰ ਨੇ ਸਾਡਾ ਰੋਕਿਆ ਹੋਇਆ ਤੇ ਸਾਨੂੰ ਉਹ ਵੀ ਨਹੀਂ ਦਿੱਤਾ। ਹੁਣ ਨਾਲ ਦੀ ਨਾਲ ਉਹਨਾਂ ਨੇ ਜਿਹੜੀ ਪ੍ਰੋਗਰਾਮ ਦੇ ਪਹਿਲੇ ਹਿੱਸੇ 'ਚ ਅਸੀਂ ਗੱਲ ਕੀਤੀ ਸੀ ਕਿ ਗਰੰਟੀ ਦੀ ਮੰਗ ਕੀਤੀ ਸੀ ਪੀਯੂਸ਼ ਗੋਇਲ ਨੇ ਕਿ ਰੇਲਵੇ ਵਾਲੇ ਗਰੰਟੀ ਚਾਹੁੰਦੇ ਨੇ ਕਿ ਪੰਜਾਬ 'ਚ ਰੇਲਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਉਹਨਾਂ ਨੇ ਕਿਹਾ ਕਿ ਸਿਰਫ 2 ਟਰੈਕ ਨੇ, 2 ਜਗ੍ਹਾ ਹੈ ਪੰਜਾਬ ਦੇ ਵਿੱਚ ਜਿੱਥੇ ਕਿਸਾਨਾਂ ਨੇ ਰੇਲਾਂ ਰੋਕੀਆਂ ਹੋਈਆਂ, ਬਾਕੀ ਸਾਰੇ ਰੇਲ ਮਾਰਗ ਖੁੱਲੇ ਨੇ, ਰੇਲਾਂ ਜਿਵੇਂ ਮਰਜ਼ੀ ਆ ਜਾ ਸਕਦੀਆਂ ਨੇ। ਅਸੀਂ ਉਹ ਵੀ ਖੁਲਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਉਹਨਾਂ ਨੇ ਕਿਹਾ ਕਿ ਮੈਂ ਗਰੰਟੀ ਦਿੰਦਾ ਕਿ ਪੰਜਾਬ ਦੇ ਵਿੱਚ ਰੇਲਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ, ਤੁਸੀਂ ਚੱਲਣ ਦਿਓ। ਹੁਣ ਇਸ ਦਾ ਅਸਰ ਦੂਰ ਤੱਕ ਵੇਖਣ ਨੂੰ ਜਿਹੜਾ ਉਹ ਮਿਲ ਰਿਹਾ।
ਉਹਨਾਂ ਨੇ ਗਵਰਨਰ ਤੇ ਵੀ ਸਵਾਲ ਖੜੇ ਕੀਤੇ ਨੇ ਔਰ ਨਾਲ ਦੀ ਨਾਲ ਅਸੀਂ ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਨੂੰ ਸਮਝਾ ਕੇ ਉਹਨਾਂ ਨੂੰ ਆਪਣੇ ਤਰੀਕੇ ਨਾਲ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਮੰਗਾਂ ਅਸੀਂ ਰੱਖੀਆਂ ਹੋਈਆਂ ਨੇ ਪਰ ਇਹ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ। ਇਹ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਤਾਜ਼ਾ ਗੱਲਾਂ ਕੀਤੀਆਂ ਨੇ। ਸੋ ਉਹਨਾਂ ਦੀਆਂ ਗੱਲਾਂ ਤੋਂ ਨਤੀਜੇ ਇਹ ਨਿਕਲਦੇ ਨੇ, ਹਾਲ ਦੀ ਘੜੀ 'ਚ ਉਹਨਾਂ ਨੇ ਕਿਹਾ ਕਿ ਉਹ ਆਪਣੇ ਵੱਲੋਂ ਸਥਿਤੀ ਸਪਸ਼ਟ ਕਰਨੀ ਚਾਹੁੰਦੇ ਨੇ। ਸਾਰੀ ਜਿਹੜੀ ਗੇਮ ਹੈ ਕੇਂਦਰ ਵੱਲ ਹੀ ਉਹ ਸਿੱਟ ਰਹੇ ਨੇ। ਕੇਂਦਰ ਵੱਲੋਂ ਅਜੇ ਤੱਕ ਉਹਨਾਂ ਨੂੰ ਕੋਈ ਠੋਸ ਜਵਾਬ ਨਹੀਂ ਆ ਰਿਹਾ। ਇਹ ਗੱਲ ਪੱਕੀ ਹੈ ਜੀ। ਤੇ ਕੁਲਦੀਪ ਜੀ, ਅਗਲੀ ਖਬਰ ਵੱਲ ਆਈਏ ਤੇ ਇੱਕ ਮਸ਼ਹੂਰ ਪੱਤਰਕਾਰ ਦੀ ਗ੍ਰਿਫਤਾਰੀ ਹੈ। ਇਹ ਕਿਹੜਾ ਪੱਤਰਕਾਰ ਹੈ, ਕਿਉਂ ਉਹਦੀ ਗ੍ਰਿਫਤਾਰੀ ਹੋਈ? ਇਹ ਪੱਤਰਕਾਰ ਬੜੇ ਮਸ਼ਹੂਰ ਨੇ ਜੀ। ਉਹ ਅਰਨਬ ਗੋਸਵਾਮੀ ਇਹਨਾਂ ਦਾ ਨਾਮ ਹੈ ਜੀ। ਭਾਰਤ ਦੇ ਜਿਹੜੇ ਪ੍ਰਮੁੱਖ ਵੱਡੇ ਚੈਨਲ ਨੇ ਉਹਨਾਂ ਦੇ ਵਿੱਚ ਡਿਬੇਟ ਦੇ ਵਿੱਚ ਔਰ ਐਜ਼ ਐਨ ਐਂਕਰ, ਐਜ਼ ਐਨ ਗੈਸਟ, ਐਜ਼ ਐਨ ਐਕਸਪਰਟ ਔਰ ਉਹ ਮੌਜੂਦ ਹਨ ਜੀ ਔਰ ਜਾਣਿਆ ਪਛਾਣਿਆ ਨਾਮ ਹੈ। ਪਰ ਵਿਵਾਦ ਵੀ ਉਹਨਾਂ ਦੇ ਨਾਲ ਉਸੇ ਤਰ੍ਹਾਂ ਜੁੜੇ ਰਹੇ ਨੇ ਜੀ। ਉਹਨਾਂ ਤੇ ਦੋਸ਼ ਲੱਗਦਾ ਰਿਹਾ ਕਿ ਕਿਸੇ ਇੱਕ ਪਾਰਟੀ ਦੇ ਪ੍ਰੋ ਰਹੇ ਨੇ, ਇੱਕ ਪਾਰਟੀ ਦੇ ਹੱਕ ਦੀ ਗੱਲ ਜ਼ਿਆਦਾ ਕਰਦੇ ਨੇ ਤੇ ਦੂਸਰਿਆਂ ਨੂੰ ਦਬਾਉਣ ਦਾ ਯਤਨ ਕਰਦੇ ਨੇ ਜੀ। ਔਰ ਇਹ ਗੱਲ ਉਦੋਂ ਹੋਰ ਜ਼ਿਆਦਾ ਇਹ ਜਿਹੜਾ ਸ਼ੰਕਾ ਸੀ ਉਹ ਥੋੜਾ ਹੋਰ ਉਸ ਵੇਲੇ ਕਹਿ ਸਕਦੇ ਆ ਕਿ ਲੋਕਾਂ ਦਾ ਪੱਕਾ ਹੋ ਗਿਆ ਸ਼ੰਕਾ ਜਦੋਂ ਉਹਨਾਂ ਨੇ ਇੱਕ ਅਹੁਦਾ ਜਿਹੜਾ ਸੀ ਐਡੀਟਰਸ ਗਿਲਡ ਦੇ ਪ੍ਰਧਾਨ ਦਾ ਉਹ ਕਬੂਲ ਕਰ ਲਿਆ, ਜੋ ਕੇਂਦਰ ਸਰਕਾਰ ਨੇ ਇੱਕ ਸੰਸਥਾ ਹੈ ਜੋ ਪੱਤਰਕਾਰਾਂ ਦੀ ਹੈ ਔਰ ਉਹ ਐਡੀਟਰਸ ਗਿਲਡ ਹੈ ਜਾਂ ਇੱਕ ਵੱਡੀ ਸੰਸਥਾ ਹੈ ਭਾਰਤ ਦੀ ਔਰ ਉਸ ਦੇ ਪ੍ਰਧਾਨ ਵਜੋਂ ਉਹ ਚੁਣੇ ਗਏ ਤੇ ਉਸ ਦੇ ਵਿੱਚ ਉਹਨਾਂ ਨੂੰ ਸ਼ਾਮਲ ਕਰ ਲਿਆ ਗਿਆ। ਫਿਰ ਉਸ ਤੋਂ ਉਹਨਾਂ ਦੀ ਇੱਕ ਵੱਡੇ ਚੈਨਲ ਤੋਂ ਨਿਕਾਸੀ ਹੋ ਗਈ ਤੇ ਉਹਨਾਂ ਨੇ ਆਪਣਾ ਰਿਪਬਲਿਕ ਟੀਵੀ ਨਾਂ ਦਾ ਚੈਨਲ ਜਿਹੜਾ ਸੀ ਉਹ ਸ਼ੁਰੂ ਕਰ ਰਿਹਾ। ਕਈ ਕਿਸਮ ਦੇ ਇਲਜ਼ਾਮ ਲੱਗੇ, ਮਹਾਰਾਸ਼ਟਰ ਤੋਂ ਬੇਸਿਸ ਦਾ ਰੱਖਿਆ ਗਿਆ। ਹੁਣ ਮਹਾਰਾਸ਼ਟਰ ਦੇ ਵਿੱਚ ਸਰਕਾਰ ਜਿਹੜੀ ਆ ਭਾਰਤੀ ਜਨਤਾ ਪਾਰਟੀ ਦੀ ਨਹੀਂ ਹੈ। ਹੁਣ ਦੇਸ਼ ਦੇ ਵਿੱਚ ਕੀ ਹੋ ਰਿਹਾ, ਅਸੀਂ ਦਿੱਲੀ ਦੀ ਗੱਲ ਕਰ ਰਹੇ ਸਾਂ ਕਿ ਦਿੱਲੀ ਪੁਲਿਸ ਧੱਕਾ ਕਰਦੀ ਹੈ ਕਿ ਪੱਤਰਕਾਰਾਂ ਨੂੰ ਉੱਥੇ ਬੁਲਾ ਕੇ ਥਾਣਿਆਂ ਦੇ ਵਿੱਚ ਉਹਨਾਂ ਨੂੰ ਪੁੱਛਗਿੱਛ ਕੀਤੀ ਜਾਂਦੀ ਹੈ। ਦਿੱਲੀ ਪੁਲਿਸ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਚੱਲਦੀ ਹੈ। ਹੁਣ ਇਹ ਹਰ ਜਗ੍ਹਾ ਤੇ ਅਜਿਹਾ ਹੋ ਰਿਹਾ। ਯੂਪੀ ਦੀ ਪੁਲਿਸ ਉਹਨਾਂ ਦੀ ਸਰਕਾਰ ਦੇ ਇਸ਼ਾਰਿਆਂ ਤੇ ਚੱਲ ਰਹੀ, ਪੰਜਾਬ ਦੀ ਵੀ ਇਸੇ ਤਰ੍ਹਾਂ ਹੀ ਹੈ। ਇਹ ਕਿਹਾ ਜਾਂਦਾ ਹੈ ਪਰ ਰਾਜਨੀਤਿਕ ਪੰਡਤਾਂ ਵੱਲੋਂ ਕਿ ਸਰਕਾਰਾਂ ਜਿਹੜੀਆਂ ਨੇ ਜਿਵੇਂ ਚਲਾਉਣ, ਜਿਵੇਂ ਚਾਹੁਣ ਉਸ ਪੁਲਿਸ ਨੂੰ ਉਹ ਚਲਾ ਸਕਦੀਆਂ ਨੇ। ਹੁਣ ਮਹਾਰਾਸ਼ਟਰ ਦੇ ਵਿੱਚ ਉਧਵ ਠਾਕਰੇ ਮੁੱਖ ਮੰਤਰੀ ਨੇ ਔਰ ਉਹਨਾਂ ਨੇ ਕਈ ਇਹੋ ਜਿਹੇ ਕੰਮ ਕੀਤੇ ਜਿਸ ਦੇ ਨਾਲ ਇਹ ਸਾਬਤ ਹੋਇਆ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਬਹੁਤੇ ਚਹੇਤੇ ਨੇ ਜਾਂ ਉਹਨਾਂ ਦੇ ਕਲੋਜ਼ ਵਿਅਕਤੀ ਨੇ ਉਹਨਾਂ ਦੇ ਖਿਲਾਫ ਕੁਝ ਨਾ ਕੁਝ ਕਾਰਵਾਈ ਉਹਨਾਂ ਨੇ ਕੀਤੀ ਹੈ। ਕੰਗਨਾ ਰਣੌਤ ਵੀ ਇਸੇ ਸੂਚੀ ਦੇ ਵਿੱਚ ਆਉਂਦੀ ਹੈ। ਪਰ ਇਹ ਅਰਨਬ ਗੋਸਵਾਮੀ ਨੂੰ ਇੱਕ 2 ਸਾਲ ਪੁਰਾਣੇ ਕੇਸ ਦੇ ਵਿੱਚ ਪੁਲਿਸ ਜਿਹੜੀ ਆ ਘਰੋਂ ਚੁੱਕ ਕੇ ਲੈ ਗਈ ਹੈ। 2 ਸਾਲ ਪਹਿਲਾਂ ਉਹ ਰਿਪਬਲਿਕ ਟੀਵੀ ਜੋ ਉਹਨਾਂ ਨੇ ਸ਼ੁਰੂ ਕੀਤਾ ਸੀ, ਰਿਪਬਲਿਕ ਟੀਵੀ ਉਹਨਾਂ ਨੇ ਜੋ ਸ਼ੁਰੂ ਕੀਤਾ ਸੀ ਉਸ ਦੇ ਵਿੱਚ ਉਹਨਾਂ ਤੇ ਇਲਜ਼ਾਮ ਲੱਗਾ ਇੱਕ ਵਿਅਕਤੀ ਨੇ, ਇੱਕ ਇੰਟੀਰੀਅਰ ਡਿਜ਼ਾਈਨਰ ਸੀ, ਇੱਕ ਨੌਜਵਾਨ, ਉਸ ਨੌਜਵਾਨ ਨੇ ਇਹ ਕਹਿ ਕੇ ਆਤਮ ਹੱਤਿਆ ਕਰ ਲਈ। ਇਹ ਲਿਖਤੀ ਨੋਟ ਦੇ ਦਿੱਤਾ ਕਿ ਮੈਂ ਅਰਨਬ ਗੋਸਵਾਮੀ ਦੇ ਚੈਨਲ ਤੇ ਫਲਾਂ ਇੰਟੀਰੀਅਰ ਡਿਜ਼ਾਈਨਿੰਗ ਦਾ ਕੰਮ ਕੀਤਾ ਸੀ ਤੇ ਮੈਨੂੰ ਉਸ ਦੀ ਪੇਮੈਂਟ ਨਹੀਂ ਕੀਤੀ ਗਈ ਤੇ ਮੈਂ ਦੁਖੀ ਹੋ ਕੇ ਉਹ ਜਿਹੜਾ ਆਤਮ ਹੱਤਿਆ ਉਹ ਕਰ ਰਿਹਾ। ਹੁਣ ਜਦੋਂ ਆਤਮ ਸੁਸਾਈਡ ਨੋਟ ਦੇ ਵਿੱਚ ਕਿਸੇ ਦਾ ਨਾਮ ਆਉਂਦਾ ਤਾਂ ਬਹੁਤ ਵੱਡਾ ਸੀਰੀਅਸ ਕੇਸ ਬਣਦਾ ਹੈ ਔਰ ਸਾਰੇ ਇਸ ਗੱਲ ਨੂੰ ਭਲੀ ਭਾਂਤ ਵਾਕਫ ਨੇ। ਪਰ ਹੁਣ ਕਾਰਵਾਈ ਹੋਈ ਹੈ 2 ਸਾਲ ਬਾਅਦ। ਰਿਪਬਲਿਕ ਜਿਹੜਾ ਉਹਨਾਂ ਦਾ ਇੱਕ ਟੀਵੀ ਚੈਨਲ ਹੈ ਉਸ ਵੱਲੋਂ ਗੱਲ ਆਖ ਦਿੱਤੀ ਗਈ ਕਿ ਇਸ ਗੱਲ ਦਾ ਨਿਪਟਾਰਾ ਹੋ ਚੁੱਕਾ ਹੈ ਪਹਿਲਾਂ ਤੋਂ, ਪੁਲਿਸ ਇਸ ਕੇਸ ਨੂੰ ਬੰਦ ਕਰ ਚੁੱਕੀ ਹੈ ਪਰ ਦੁਬਾਰਾ ਖੋਲ੍ਹ ਲਿਆ ਗਿਆ। ਲੱਗਦਾ ਹੈ ਕਿ ਦੁਬਾਰਾ ਖੋਲ੍ਹ ਲਿਆ ਗਿਆ। ਹਾਲਾਂਕਿ ਪੁਲਿਸ ਨੂੰ ਜਦੋਂ ਪੁੱਛਿਆ ਗਿਆ ਕਿ ਤੁਸੀਂ ਉਸ ਨੂੰ ਕਿਉਂ ਚੁੱਕਿਆ, ਗ੍ਰਿਫਤਾਰ ਕੀਤਾ, ਇਸ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ। ਮੰਨਿਆ ਜਾ ਰਿਹਾ ਕਿ ਉਸੇ ਕੇਸ ਦੇ ਵਿੱਚ ਅਰਨਬ ਗੋਸਵਾਮੀ ਨੂੰ ਦੁਬਾਰਾ ਉਹਨਾਂ ਨੂੰ ਜਿਹੜਾ ਹੈ ਕਾਬੂ ਦੇ ਵਿੱਚ ਕੀਤਾ ਗਿਆ। ਹੁਣ ਅਰਨਬ ਗੋਸਵਾਮੀ ਜਿਹੜੇ ਨੇ ਉਹਨਾਂ ਦਾ ਜਿਹੜਾ ਵਿਚਾਰ ਕਰਨ ਦਾ ਢੰਗ ਹੈ ਉਹ ਇੱਕ ਰਾਸ਼ਟਰਵਾਦੀ ਵਜੋਂ ਆਪਣੇ ਆਪ ਨੂੰ ਪੇਸ਼ ਕਰਦੇ ਨੇ ਤੇ ਇਸ ਗੱਲ ਤੇ ਉਹਨਾਂ ਤੇ ਬਹੁਤ ਕਿੰਤੂ ਪ੍ਰੰਤੂ ਵੀ ਹੁੰਦਾ ਰਹਿੰਦਾ ਸਮੇਂ-ਸਮੇਂ ਤੇ ਕਿ ਉਹ ਖਾਮ-ਖਾਹ ਦੇ ਰਾਸ਼ਟਰਵਾਦੀ ਬਣੇ ਹੋਏ ਨੇ ਜਿਸ ਦੇ ਵਿੱਚ ਉਹਨਾਂ ਨੇ ਇੱਕ ਅਜੀਬ ਜਿਹਾ ਰਾਸ਼ਟਰਵਾਦ ਜਿਹੜਾ ਉਸ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਇੱਕ ਪਾਸੇ ਇੱਕ ਮੰਚ ਦੇ ਉੱਤੇ ਪਾਕਿਸਤਾਨੀ ਕਿਸੇ ਵਿਅਕਤੀ ਨੂੰ ਬਿਠਾ ਲੈਂਦੇ ਨੇ, ਦੂਸਰੇ ਪਾਸੇ ਭਾਰਤੀ ਅਧਿਕਾਰੀ ਨੂੰ ਕਿਸੇ ਨੂੰ ਬਿਠਾ ਲੈਂਦੇ ਨੇ ਔਰ ਕੋਸ਼ਿਸ਼ ਕਰਦੇ ਨੇ ਕਿ ਆਪਣੀ ਗੱਲ ਉਹਨਾਂ ਤੇ ਥੋਪੀ ਜਾਵੇ ਜਾਂ ਉਹ ਇੱਕ ਕਾਵਾਂ ਰੌਲੀ ਜਿਹੀ ਪੈਦਾ ਕਰ ਲੈਂਦੇ ਨੇ ਜਿਸ ਦੇ ਵਿੱਚ ਕੋਈ ਨਿਖੜ ਕੇ ਗੱਲ ਸਾਹਮਣੇ ਤਾਂ ਨਹੀਂ ਆਉਂਦੀ ਪਰ ਉਹ ਕਈ ਵਾਰੀ ਰਿਪੀਟ ਇਸ ਤਰ੍ਹਾਂ ਕਰਦੇ ਨੇ ਗੱਲ ਨੂੰ, ਬਾਰ-ਬਾਰ ਉਹ ਅਜੀਬ ਜਿਹਾ ਮਾਹੌਲ ਪੈਦਾ ਕਰ ਲੈਂਦੇ ਨੇ। ਅਰਨਬ ਗੋਸਵਾਮੀ ਜੇ ਅੱਜ ਉਹਨਾਂ ਤੇ ਜੇ ਤਾਂ ਪੁਲਿਸ ਵੱਲੋਂ ਕਿਸੇ ਇੱਕ ਮੰਦ ਭਾਵਨਾ ਦੇ ਤਹਿਤ ਉਹਨਾਂ ਨੂੰ ਦੁਬਾਰਾ ਪਕੜਤਾਰ ਕੀਤੀ ਗਈ ਹੈ ਉਹਨਾਂ ਦੀ ਤੇ ਗੱਲ ਮਾੜੀ ਹੈ। ਜਦੋਂ ਉਹਨਾਂ ਤੇ ਕੇਸ ਜੇ ਉਹਨਾਂ ਤੇ ਪਹਿਲਾਂ ਦਰਜ ਹੋਇਆ ਸੀ ਤੇ ਉਹ ਕੇਸ ਦਾ ਨਿਪਟਾਰਾ ਹੋ ਚੁੱਕਾ ਤੇ ਇਸ ਤਰ੍ਹਾਂ ਉਹਨਾਂ ਨੂੰ ਚੁੱਕਣਾ ਉਹ ਜਾਇਜ਼ ਨਹੀਂ ਹੈ ਪਰ ਇਹ ਸਿਸਟਮ ਹੈ ਸਾਡੇ ਮੁਲਕ ਦਾ। ਪਰ ਅਰਨਬ ਗੋਸਵਾਮੀ ਉਹਨਾਂ ਦਾ ਆਪਣਾ ਕਰੈਕਟਰ ਵੀ ਇਸ ਤਰ੍ਹਾਂ ਦਾ ਕਿ ਉਹਨਾਂ ਤੇ ਵੀ ਬਹੁਤ ਸਾਰੀਆਂ ਉਂਗਲਾਂ ਜਿਹੜੀਆਂ ਨੇ ਉਠਾਈਆਂ ਜਾ ਸਕਦੀਆਂ ਨੇ ਪਰ ਭਾਰਤ ਦੇ ਵਿੱਚ ਇਹੋ ਜਿਹੀਆਂ ਗੱਲਾਂ ਅਕਸਰ ਹੋ ਜਾਂਦੀਆਂ ਨੇ ਕਿ ਪੱਤਰਕਾਰਾਂ ਤੇ ਸਖਤੀ ਜਾਂ ਸਮਾਜਿਕ ਕਾਰਕੁਨਾਂ ਤੇ ਸਖਤੀ। ਦਿੱਲੀ ਦੇ ਵਿੱਚ ਬਹੁਤ ਸਾਰੇ ਸਾਡੇ ਸਮਾਜਿਕ ਕਾਰਕੁਨ ਸਨ, ਜੋਗਿੰਦਰ ਯਾਦਵ ਜਿਨ੍ਹਾਂ ਵਿੱਚ ਸ਼ਾਮਲ ਨੇ ਔਰ ਜਿਨ੍ਹਾਂ ਦਾ ਕੋਈ ਰੋਲ ਨਹੀਂ ਹੈ ਇਸ ਤਰ੍ਹਾਂ ਦਾ ਕਿ ਉਹ ਕਿਸੇ ਪਾਰਟੀ ਨਾਲ ਸੰਬੰਧਿਤ ਹੋਣ ਜਾਂ ਉਹਨਾਂ ਨੇ ਕੋਈ ਗੈਰ ਕਾਨੂੰਨੀ ਕੰਮ
ਕੰਮ ਕੀਤਾ ਹੋਵੇ, ਉਹਨਾਂ ਦੇ ਕਈ ਕੇਸ ਜਿਹੜੇ ਨੇ ਪੁਲਿਸ ਨੇ ਉਹ ਕੀਤੇ ਹੋਏ ਨੇ ਔਰ ਉਹਨਾਂ ਨੂੰ ਅਦਾਲਤਾਂ ਦੇ ਵਿੱਚ ਜਾਣਾ ਪੈ ਰਿਹਾ। ਹੁਣ ਅਰਨਬ ਗੋਸਵਾਮੀ ਨੂੰ ਗ੍ਰਿਫਤਾਰ ਕੀਤਾ ਗਿਆ, ਉਹਨਾਂ ਨੂੰ ਪੇਸ਼ ਕੀਤਾ ਜਾਵੇਗਾ ਤੇ ਫਿਰ ਅਸਲ ਵਿੱਚ ਪਤਾ ਲੱਗੇਗਾ ਕਿ ਕਾਰਨ ਕੀ ਹੈ। ਪਰ ਮੈਂ ਸਮਝਦਾ ਕਿ ਮੁੰਬਈ ਪੁਲਿਸ ਦੀ ਇਹ ਜਿਹੜੀ ਕਾਰਵਾਈ ਹੈ ਇਹ ਜੇ ਤਾਂ ਬਦਲੇ ਦੀ ਭਾਵਨਾ ਨਾਲ ਕੀਤੀ ਗਈ ਤੇ ਫਿਰ ਗਲਤ ਹੈ, ਜੇ ਇਸ ਦੇ ਵਿੱਚ ਕੁਝ ਹੈ ਤਾਂ ਫਿਰ ਠੀਕ ਹੈ। ਕੁਲਦੀਪ ਜੀ, ਆਪਾਂ ਸ਼ੁਰੂਆਤ ਵੀ ਚੋਣਾਂ ਤੋਂ ਕੀਤੀ ਸੀ ਤੇ ਅੰਤ ਵੀ ਚੋਣਾਂ ਵਾਲੀ ਖਬਰ ਦੇ ਨਾਲ ਕਰਨਾ ਚਾਹਾਂਗੇ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਹਾਰ ਚੋਣਾਂ ਦੇ ਵਿੱਚ ਬੜਾ ਜ਼ੋਰ ਲਾ ਰਹੇ ਨੇ। ਇਹਦੇ ਬਾਰੇ ਥੋੜਾ ਜਿਹਾ ਵਿਸਥਾਰ ਨਾਲ ਆਪਾਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੇ। ਬਿਹਾਰ ਅਜਿਹਾ ਬਦਕਿਸਮਤ ਸੂਬਾ ਹੈ ਕਿ ਜਿਸ ਕੋਲ ਸਾਰੇ ਕੁਦਰਤੀ ਸਰੋਤ ਹੋਣ ਦੇ ਬਾਵਜੂਦ ਉੱਥੇ ਦੇ ਜਿਹੜੇ ਵਸਨੀਕ ਨੇ ਉਹ ਵਿਚਾਰਿਆਂ ਨੂੰ ਰੋਜ਼ੀ ਰੋਟੀ ਲਈ ਪੂਰੇ ਭਾਰਤ ਵਿੱਚ ਭਟਕਣਾ ਪੈਂਦਾ ਹੈ। ਉਹਨਾਂ ਨੂੰ ਬਹੁਤ ਤਰ੍ਹਾਂ ਦੇ ਵਾਅਦੇ ਕੀਤੇ ਗਏ ਨੇ ਔਰ ਉਹਨਾਂ ਨੇ ਕਿਹਾ ਕਿ ਅਸੀਂ ਬਿਹਾਰ ਦੇ ਵਿੱਚ ਤੁਹਾਡੀਆਂ ਲੋੜਾਂ ਪੂਰੀਆਂ ਕੀਤੀਆਂ ਨੇ ਤੇ ਹੁਣ ਤੁਹਾਡੀਆਂ ਰੀਝਾਂ ਪੂਰੀਆਂ ਕਰਨ ਦਾ ਸਮਾਂ ਆ ਗਿਆ। ਮੋਦੀ ਸਾਹਿਬ ਨੇ ਇਹ ਗੱਲ ਕਹੀ ਹੈ। ਲੋੜਾਂ ਕਿਹੜੀਆਂ ਪੂਰੀਆਂ ਕੀਤੀਆਂ ਨੇ? ਤੁਸੀਂ ਜਾਣਦੇ ਹੋ ਕਿ ਕਰੋਨਾ ਦਾ ਜਦੋਂ ਸਮਾਂ ਆਇਆ, ਲਾਕਡਾਊਨ ਪੂਰੇ ਮੁਲਕ ਦੇ ਵਿੱਚ ਲਾ ਦਿੱਤਾ ਗਿਆ ਤੇ ਇਹਨਾਂ ਲੋਕਾਂ ਦੀ ਕਿਸੇ ਨੇ ਬਾਂਹ ਨਹੀਂ ਫੜੀ। ਕੋਈ ਟ੍ਰੇਨਾਂ ਦੇ ਟਰੈਕ ਤੇ ਤੁਰਦੇ ਹੋਏ ਟ੍ਰੇਨਾਂ ਥੱਲੇ ਆ ਗਏ, ਕੋਈ ਸੜਕ ਹਾਦਸਿਆਂ ਵਿੱਚ ਮਾਰੇ ਗਏ ਤੇ ਕੋਈ ਭੁੱਖਮਰੀ ਦਾ ਸ਼ਿਕਾਰ ਹੋ ਗਏ, ਕਈ ਰਸਤੇ ਵਿੱਚ ਜਾਂਦੇ ਜਾਂਦੇ ਬਿਮਾਰ ਹੋ ਗਏ, ਕਿਤੇ ਰੁਕਣਾ ਪੈ ਗਿਆ, ਸਿਰ ਤੋਂ ਛੱਤ ਜਾਂਦੀ ਰਹੀ। ਰੇਹੜੀ ਫੜੀ ਲਾਉਣ ਦਾ ਕੰਮ ਕਰਨ ਵਾਲੇ ਬਿਹਾਰੀ ਲੋਕ, ਪ੍ਰਵਾਸੀ ਲੋਕ, ਯੂਪੀ ਦੇ ਵੀ ਸ਼ਾਮਲ ਸਨ, ਉਹ ਸ਼ਹਿਰਾਂ ਵਿੱਚ ਰਹਿੰਦੇ ਸਨ। ਬਹੁਤ ਸਾਰੇ ਜਗ੍ਹਾ ਤੇ ਉਹਨਾਂ ਨੂੰ ਰਹਿਣ ਲਈ ਜਿਹੜੀ ਜਗ੍ਹਾ ਸੀ ਉਸ ਤੋਂ ਵੀ ਰੋਕ ਦਿੱਤਾ ਗਿਆ ਔਰ ਉਹਨੂੰ ਫੁੱਟਪਾਥ ਤੇ ਸੌਂ ਕੇ ਉਹਨਾਂ ਨੇ ਗੁਜ਼ਾਰਾ ਕੀਤਾ। ਡਾਂਗਾਂ ਖਾਧੀਆਂ, ਭੁੱਖੇ ਪੇਟ ਸੁੱਤੇ ਉਹ ਲੋਕ। ਫਿਰ ਸਮਾਂ ਆ ਗਿਆ, ਕਰੋਨਾ ਦਾ ਲਾਕਡਾਊਨ ਜਿਹੜਾ ਉਹ ਭਾਰਤ ਦੇ ਵਿੱਚ ਤਕਰੀਬਨ ਖਤਮ ਕਰ ਦਿੱਤਾ ਗਿਆ, ਸਾਰੇ ਰੋਜ਼ਗਾਰ ਖੋਲ੍ਹ ਦਿੱਤੇ ਗਏ ਨੇ ਤੇ ਬਿਹਾਰੀ ਵੋਟਾਂ ਪਾ ਕੇ, ਅੰਗੂਠੇ ਲਾ ਕੇ, ਸਿਆਈਆਂ ਤੇ ਨਿਸ਼ਾਨ ਲਗਵਾ ਕੇ ਉਂਗਲਾਂ ਤੇ ਫਿਰ ਵਿਚਾਰੇ ਕੰਮਕਾਜ ਦੀ ਭਾਲ ਵਿੱਚ ਨਿਕਲ ਪਏ ਨੇ। ਪੰਜਾਬ ਦੇ ਵਿੱਚ ਝੋਨੇ ਦੀ ਲਵਾਈ ਵਾਸਤੇ ਬਿਹਾਰੀ ਮਜ਼ਦੂਰ, ਯੂਪੀ ਦੇ ਮਜ਼ਦੂਰ ਸਪੈਸ਼ਲ ਬੱਸਾਂ ਦੇ ਵਿੱਚ ਜ਼ਿਮੀਂਦਾਰ ਉਹਨਾਂ ਨੂੰ ਲੈ ਕੇ ਆਏ, 5-5 ਹਜ਼ਾਰ ਰੁਪਏ ਪਰ ਹੈਡ ਕਿਰਾਇਆ ਪੇ ਕੀਤਾ ਔਰ ਉਹ ਇੱਥੇ ਰਹੇ ਔਰ ਝੋਨੇ ਦੀ ਕਟਾਈ ਵੀ ਉਹਨਾਂ ਨੇ ਕੀਤੀ ਆ। ਹੁਣ ਵੀ ਮੰਡੀਆਂ 'ਚ ਕੰਮ ਕਰ ਰਹੇ ਨੇ। ਹੁਣ ਬਹੁਤ ਸਾਰੇ ਸੀਜ਼ਨ ਹੋਰ ਫਸਲਾਂ ਦੇ ਬਿਜਾਈ ਦੇ ਜਾਂ ਕੁਝ ਆ ਰਹੇ ਨੇ, ਸਾਰੇ ਆ ਰਹੇ ਨੇ, ਸਨਅਤਾਂ ਦੁਬਾਰਾ ਚੱਲ ਪਈਆਂ ਨੇ, ਸਾਰੇ ਵਿਚਾਰੇ ਵਾਪਸ ਭੱਜ ਪਏ ਨੇ। ਕਿਹੜੀਆਂ ਲੋੜਾਂ ਪੂਰੀਆਂ ਕੀਤੀਆਂ ਨੇ ਤੇ ਕਿਹਨ ਕੀਤੀਆਂ ਨੇ? ਇਹ ਬਦਕਿਸਮਤੀ ਹੈ ਬਿਹਾਰ ਦੇ ਲੋਕਾਂ ਦੀ ਕਿ ਪਹਿਲਾਂ ਲਾਲੂ ਪ੍ਰਸਾਦ ਯਾਦਵ ਦੇ ਸਮੇਂ ਤੋਂ ਤੇ ਪਹਿਲਾਂ ਹੋਰ ਵੀ ਰਹੇ ਹੋਣਗੇ, ਨਿਤਿਸ਼ ਕੁਮਾਰ ਨੇ ਵੀ ਲੰਬਾ ਸਮਾਂ ਉੱਥੇ ਗੁਜ਼ਾਰ ਲਿਆ, ਪਰ ਬਿਹਾਰ ਦਾ ਕੁਝ ਨਹੀਂ ਬਣਿਆ। ਬਿਹਾਰ ਦੇ ਵਿੱਚ ਹਾਲਾਤ ਜਿਉਂ ਦੇ ਤਿਉਂ ਨੇ। ਪਰ ਇਸ ਵਾਰੀ ਨਰਿੰਦਰ ਮੋਦੀ ਨੇ ਉੱਥੇ ਬਹੁਤ ਜ਼ੋਰ ਲਾਇਆ ਤੇ ਉਹਨਾਂ ਨੇ ਨਵਾਂ ਨਾਰਾ ਕੱਢਿਆ ਔਰ ਤੇਜਸਵੀ ਵਾਸਤੇ ਤੇ ਰਾਹੁਲ ਗਾਂਧੀ ਵਾਸਤੇ ਦੋ ਯੁਵਰਾਜ ਉਹਨਾਂ ਨੇ ਜਿਹੜਾ ਨਾਂ ਦਿੱਤਾ ਹੈ ਬੜਾ ਅਜੀਬੋ-ਗਰੀਬ ਹੈ। ਮੈਂ ਸਮਝਦਾ ਕਿ ਉਹਨਾਂ ਨੂੰ ਇਸ ਪੱਧਰ ਤੇ ਆਉਣਾ ਨਹੀਂ ਚਾਹੀਦਾ ਸੀ। ਸਾਰਾ ਜ਼ੋਰ ਉਹਨਾਂ ਨੇ ਲਾਇਆ ਹੈ ਪੁਲਵਾਮਾ ਦਾ ਉਹ ਜਿਹੜਾ ਅਟੈਕ ਦੇ ਵਿੱਚ ਔਰ ਪਾਕਿਸਤਾਨ ਦੇ ਮੰਤਰੀ ਵੱਲੋਂ ਜੋ ਬਿਆਨ ਆਇਆ ਸੀ ਉਸ ਦਾ ਵੀ ਜ਼ਿਕਰ ਕਰਦੇ ਰਹੇ ਨੇ। ਨਤੀਜਾ ਜੋ ਵੀ ਹੋਵੇ, ਬਿਹਾਰ ਦੇ ਲੋਕਾਂ ਦਾ ਭਵਿੱਖ ਬਹੁਤਾ ਉਜਵਲ ਨਜ਼ਰ ਨਹੀਂ ਆ ਰਿਹਾ। ਕੁਲਦੀਪ ਜੀ, ਅੱਜ ਦੇ ਵਿਚਾਰ ਚਰਚਾ ਪ੍ਰੋਗਰਾਮ ਤੁਸੀਂ ਬੜੇ ਚੰਗੇ ਤਰੀਕੇ ਨਾਲ ਸਵਾਲਾਂ ਦੇ ਜਵਾਬ ਦਿੱਤੇ, ਵਿਚਾਰਾਂ ਤੇ ਬੜੇ ਖੁੱਲ੍ਹ ਕੇ ਤੁਸੀਂ ਆਪਣੇ ਵਿਚਾਰ ਪ੍ਰਗਟਾਏ। ਤੁਹਾਡਾ ਸਟੂਡੀਓ 'ਚ ਆਉਣ ਲਈ ਬਹੁਤ-ਬਹੁਤ ਸ਼ੁਕਰੀਆ।